ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਪੂਰੇ ਪੰਜਾਬ 'ਚ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ। ਤੇ ਮੈਂ ਕਾਮਨਾ ਕਰਦਾ, ਮੇਰੀ ਅਰਦਾਸ ਹੈ, ਮੈਂ ਗੁਰਦੁਆਰਾ ਸਾਹਿਬ ਵਿੱਚ ਵੀ ਕੀਤੀ ਕਿ ਪੰਜਾਬ ਤਰੱਕੀਆਂ ਤੇ ਜਾਵੇ, ਪੰਜਾਬ ਦੀ ਸ਼ਾਨ ਹੋਰ ਉੱਚੀ ਹੋਵੇ, ਪੰਜਾਬੀਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਉੱਨਤੀ ਤਰੱਕੀ ਆਵੇ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ। ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬੜਾ ਧੰਨਵਾਦ। ਤੁਸੀਂ ਸਰ ਤੁਹਾਨੂੰ ਕਹਿ ਰਿਹਾ, ਦੀਵਾਨਾ ਜੀ ਤੁਹਾਨੂੰ ਕਹਿ ਰਿਹਾ, ਤੁਹਾਨੂੰ ਸਲਾਮ ਹੈ। ਬਹੁਤ ਲੰਬੀ ਪੱਤਰਕਾਰੀ ਤੁਸੀਂ ਕੀਤੀ, ਤੁਸੀਂ ਵੀ ਅੱਜ ਆਏ, ਤੁਹਾਡਾ ਬੜਾ ਧੰਨਵਾਦ। ਤੁਸੀਂ ਦੇਖਿਆ ਕਿ ਅਸੀਂ 100 ਦਿਨਾਂ ਦੇ ਵਿੱਚ ਜੋ ਡਿਸੀਜਨ ਲਏ ਹੈ ਉਹ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਸਰਾਹਿਆ ਗਿਆ ਹੈ, ਕਿਉਂਕਿ ਇਹ ਆਮ ਲੋਕਾਂ ਦੇ ਹਿੱਤ ਦੇ ਡਿਸੀਜਨ ਹੈ। ਆਮ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ। ਰਸੋਈ ਕਿਵੇਂ ਚੱਲਣੀ ਹੈ ਉਹਦੇ ਮਸਲੇ ਹੱਲ ਕੀਤੇ ਗਏ ਹੈ। ਆਮ ਲੋਕ, ਚਾਹੇ ਮਿਡਲ ਕਲਾਸ ਹੈ, ਚਾਹੇ ਗਰੀਬ ਹੈ, ਚਾਹੇ ਕਿਸਾਨ ਹੈ, ਚਾਹੇ ਦੁਕਾਨਦਾਰ ਹੈ, ਚਾਹੇ ਵਪਾਰੀ ਹੈ, ਚਾਹੇ ਇੰਡਸਟਰੀਅਲਿਸਟ ਹੈ, ਉਹਨਾਂ ਸਾਰਿਆਂ ਦੇ ਮਸਲੇ ਜੋ ਲਮਕ ਰਹੇ ਸੀ ਉਹਨਾਂ ਨੂੰ ਅਸੀਂ ਸਹੀ ਕੀਤਾ, ਕਿਉਂਕਿ ਜੋ ਆਪਣੇ ਜੀਵਨ ਦੇ ਵਿੱਚ ਮੈਂ ਗਰੀਬੀ ਔਰ ਮਿਡਲ ਕਲਾਸ ਦੇ ਵਿੱਚ ਹੰਢਾਇਆ, ਜੋ ਮੁਸ਼ਕਲਾਂ ਆਮ ਲੋਕਾਂ ਨੂੰ ਆਉਂਦੀਆਂ, ਅਸੀਂ ਉਹਨਾਂ ਮੁਸ਼ਕਲਾਂ ਦਾ ਹੱਲ ਕਰ ਰਹੇ ਹਾਂ। ਬਿਜਲੀ ਦੇ ਸਮਝੌਤੇ ਜਿਹੜੇ ਪਿਛਲੀ ਸਰਕਾਰਾਂ ਨੇ ਬਿਜਲੀ ਬਣਾਉਣ ਵਾਲਿਆਂ ਦੇ ਹੱਕ ਵਿੱਚ ਕੀਤੇ ਹੋਏ ਸੀ, ਉਹਨਾਂ ਨੂੰ ਅਸੀਂ ਰੱਦ ਕੀਤਾ। ਆਮ ਲੋਕਾਂ ਨੂੰ ਬਿਜਲੀ ਦੇ ਬਿੱਲ ਦੇ ਕੇ ਪਿੱਛੇ ਕੁਝ ਬਚਦਾ ਨਹੀਂ ਸੀ। ਲੰਬੇ ਲੰਬੇ ਬਿੱਲ ਘਰਾਂ ਦੇ ਵਿੱਚ ਆਏ ਹੋਏ ਸੀ। 2 ਕਿਲੋਵਾਟ ਤੱਕ ਦੇ 51 ਲੱਖ ਪਰਿਵਾਰ ਹੈ ਜਿਨ੍ਹਾਂ ਦੇ ਅਸੀਂ ਬਿਜਲੀ ਦੇ ਪੁਰਾਣੇ ਸਾਰੇ ਬਕਾਏ ਮਾਫ ਕੀਤੇ, ਔਰ ਉਹਨਾਂ ਦੇ ਬਿੱਲਾਂ ਦੇ ਵਿੱਚ ਲਿਖ ਕੇ ਆ ਗਿਆ ਕਿ ਤੁਹਾਡਾ ਪੁਰਾਣਾ ਬਕਾਇਆ ਪੰਜਾਬ ਸਰਕਾਰ ਨੇ ਪੇ ਕਰ ਦਿੱਤਾ ਹੈ, ਹੁਣ ਤੁਹਾਡਾ ਬਕਾਇਆ ਜ਼ੀਰੋ ਹੈ, ਤੁਹਾਨੂੰ ਕੋਈ ਦੇਣ ਦੀ ਲੋੜ ਨਹੀਂ। 20 ਲੱਖ ਪਰਿਵਾਰਾਂ ਨੂੰ ਫਾਇਦਾ ਹੋਇਆ। ਇਸੇ ਤਰ੍ਹਾਂ ਪਾਣੀ ਦੀਆਂ ਟੈਂਕੀਆਂ, ਪਿੰਡਾਂ ਦੇ ਪਾਣੀ ਪੰਚਾਇਤਾਂ ਦੀਆਂ ਜਿਹੜੀਆਂ ਟੈਂਕੀਆਂ ਲੱਗੀਆਂ ਹੋਈਆਂ ਜਿਹਦੇ ਨਾਲ ਪਿੰਡ ਨੂੰ ਪਾਣੀ ਆਉਂਦਾ, ਉਹਦੇ ਬਿੱਲ ਨਹੀਂ ਸੀ ਦਿੱਤੇ ਜਾ ਰਹੇ। ਐਸੀ ਪੂਰੇ ਪੰਜਾਬ ਦੇ ਪਾਣੀ ਦੀਆਂ ਟੈਂਕੀਆਂ ਦੇ ਸ਼ਹਿਰਾਂ ਦੇ ਵੀ ਤੇ ਪਿੰਡਾਂ ਦੇ ਵੀ ਬਿੱਲ ਦੇ ਦਿੱਤੇ ਹੈ। ਹੁਣ ਅੱਗੇ ਨੂੰ ਵੀ ਪਾਣੀ ਦੀ ਜਿਹੜੀ ਪਿੰਡ ਦੀ ਟੈਂਕੀ ਹੈ ਉਹਦੇ 'ਤੇ ਜਿਹੜੀ ਮੋਟਰ ਲੱਗੀ ਵੀ ਹੈ ਉਹਦਾ ਬਿੱਲ ਪਿੰਡਾਂ ਦੇ ਵਿੱਚ ਨਹੀਂ ਜਾਣਾ, ਪੁਰਾਣਾ ਬਕਾਇਆ ਮਾਫ ਕਰ ਦਿੱਤਾ ਹੈ। ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਅੱਗੇ ਨੂੰ ਬਿੱਲ ਨਹੀਂ ਜਾਣਾ, ਪੁਰਾਣਾ ਬਕਾਇਆ ਮਾਫ ਕਰ ਦਿੱਤਾ ਹੈ। ਇਹਦੇ ਨਾਲ 1168 ਕਰੋੜ ਰੁਪਈਆ ਪਿੰਡਾਂ ਦਾ ਮਾਫ ਹੋਇਆ, 700 ਕਰੋੜ ਰੁਪਈਆ ਸ਼ਹਿਰਾਂ ਦਾ ਮਾਫ ਹੋਇਆ। ਤੇ ਫਲੈਟ ਰੇਟ ਪਾਣੀ ਦਾ ਜਿਹੜਾ ਕਿ ਪਿੰਡਾਂ ਦੇ ਵਿੱਚ 160 ਰੁਪਈਆ ਸੀ ਪਹਿਲਾਂ, ਤੇ ਸ਼ਹਿਰਾਂ ਦੇ ਵਿੱਚ 105 ਤੋਂ ਲੈ ਕੇ 250 ਰੁਪਏ ਸੀ, ਅਸੀਂ ਫਲੈਟ ਰੇਟ 50 ਰੁਪਏ ਕਰ ਦਿੱਤਾ। ਸਾਰੀਆਂ ਨੌਕਰੀਆਂ ਦੇ ਵਿੱਚ 10 ਜੇ ਕਿਸੇ ਨੇ ਪੰਜਾਬ 'ਚ ਨੌਕਰੀ ਲੈਣੀ ਹੈ, ਬਾਹਰੋਂ ਆ ਕੇ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਮੈਰਿਟ 'ਚ ਆ ਕੇ ਨੌਕਰੀਆਂ ਲੈ ਲੈਂਦੇ, ਪੰਜਾਬੀਆਂ ਨੂੰ ਨਹੀਂ ਮਿਲਦੀਆਂ। ਇਹ ਮਸਲੇ ਦਾ ਹੱਲ ਅਸੀਂ ਇਸ ਤਰ੍ਹਾਂ ਕੀਤਾ ਹੈ ਕਿ 10ਵੀਂ ਤੱਕ ਪੰਜਾਬੀ ਪਹਿਲਾਂ ਪਾਸ ਹੋਈ ਵੀ ਹੋਣੀ ਚਾਹੀਦੀ ਹੈ, ਤਾਂ ਪੰਜਾਬ ਦੇ ਵਿੱਚ ਬੰਦਾ ਨੌਕਰੀ ਕਰ ਸਕਦਾ। ਹੁਣ ਬਾਹਰ ਦੇ ਬੰਦੇ ਆ ਕੇ ਨਹੀਂ ਨੌਕਰੀ ਲੈ ਸਕਦੇ, ਕਿਉਂਕਿ ਸਿੱਧਾ ਇਹ ਕਾਨੂੰਨ ਪਾਸ ਕਰਨਾ ਔਖਾ ਸੀ, ਕਾਨੂੰਨ ਜਿਹੜਾ ਕਨਸਟੀਟਿਊਸ਼ਨ ਦੇ ਉਲਟ ਜਾਂਦਾ ਸੀ। ਪੰਜਾਬ ਦੇ ਵਿੱਚ ਮਹਾਨ ਸ਼ਖਸੀਅਤਾਂ ਦੇ ਨਾਮ ਤੇ ਜਿਨ੍ਹਾਂ ਦੇ ਪਹਿਲਾਂ ਚੇਅਰਸ ਨਹੀਂ ਸੀ, ਉਹਨਾਂ ਦੀ ਸਟੱਡੀ ਨੂੰ ਅਧਿਐਨ ਕਰਨ ਵਾਸਤੇ ਉਹਦੇ ਵਾਸਤੇ ਅਸੀਂ ਚੇਅਰ ਸਥਾਪਿਤ ਕੀਤੀਆਂ। ਭਾਈ ਜੈਤਾ ਜੀ ਦੇ ਲਈ, ਪਰਸ਼ੂਰਾਮ ਜੀ ਦੇ ਲਈ, ਗੁਰੂ ਰਵਿਦਾਸ ਜੀ ਦੇ ਲਈ, ਭਗਵਾਨ ਵਾਲਮੀਕ ਜੀ ਦੇ ਲਈ, ਸੰਤ ਕਬੀਰ ਜੀ ਦੇ ਲਈ, ਮੱਖਣ ਸ਼ਾਹ ਲਵਾਣਾ ਜੀ ਦੇ ਲਈ, ਤੇ ਭਗਵਾਨ ਪਰਸ਼ੂਰਾਮ ਜੀ ਦੇ ਫਗਵਾੜੇ ਦੇ ਮੰਦਿਰ ਦੇ ਵਿੱਚ 10 ਕਰੋੜ ਰੁਪਏ ਦੀ ਲਾਗਤ ਦੇ ਨਾਲ
ਉੱਥੇ ਅਸੀਂ ਉਸਾਰੀ ਸ਼ੁਰੂ ਕਰਾਈ ਹੈ। ਰਾਮਾਇਣ, ਭਗਵਦ ਗੀਤਾ, ਮਹਾਭਾਰਤ ਦੇ ਉੱਤੇ ਅਧਿਐਨ ਸੈਂਟਰ ਪਟਿਆਲੇ ਦੇ ਵਿੱਚ ਅਸੀਂ ਖੋਲ੍ਹ ਰਹੇ ਹਾਂ। ਉੱਥੇ ਜਗ੍ਹਾ ਅਲਾਟ ਕਰ ਦਿੱਤੀ ਹੈ, ਪੈਸੇ ਅਲਾਟ ਕਰ ਦਿੱਤੇ ਗਏ ਹੈ ਅਤੇ ਉਸ ਦਾ ਕੰਮ ਸ਼ੁਰੂ ਹੋ ਗਿਆ ਹੈ। ਰੇਤਾ 22 ਰੁਪਏ ਤੱਕ ਵਿਕਦਾ ਸੀ ਦਰਿਆ ਦੇ ਉੱਤੇ। ਇੱਥੇ ਕਨਫਿਊਜ਼ਨ ਹੈ, ਕਈ ਵਾਰ ਕਈਆਂ ਨੂੰ ਇਹ ਹੋ ਜਾਂਦਾ ਕਿ ਸ਼ਾਇਦ ਘਰ 5.5 ਰੁਪਏ ਮਿਲਣਾ ਹੈ, ਲੇਕਿਨ ਅਸੀਂ 5.5 ਰੁਪਏ ਖੱਡ ਦਾ ਰੇਟ ਕਰ ਦਿੱਤਾ ਹੈ। ਨਾਲ ਇਹ ਵੀ ਕਹਿ ਦਿੱਤਾ ਹੈ ਕਿ ਕੋਈ ਜੇ 5.5 ਤੋਂ ਜ਼ਿਆਦਾ ਵੇਚਦਾ ਉਹਦੀ ਵੀਡੀਓ ਪਾਓ, ਵੀਡੀਓ ਬਣਾਉਣ ਵਾਲੇ ਨੂੰ 25,000 ਰੁਪਏ ਇਨਾਮ ਦਿੱਤਾ ਜਾਏਗਾ ਅਤੇ ਜਿਹੜਾ ਵੇਚਦਾ ਹੈ ਉਹਨੂੰ ਫੜ ਕੇ ਅੰਦਰ ਦਿੱਤਾ ਜਾਏਗਾ। ਇਸੇ ਤਰ੍ਹਾਂ ਗੁਲਾਬੀ ਸੁੰਡੀ ਦਾ ਅਤੇ ਹੋਰ ਵੀ ਖਰਾਬਾ ਜਿਹੜਾ ਹੋਇਆ ਹੈ। ਪਹਿਲਾਂ 12,000 ਰੁਪਏ ਮਿਲਦਾ ਹੁੰਦਾ ਸੀ, ਹੁਣ ਅਸੀਂ 17,000 ਰੁਪਏ ਕਰ ਦਿੱਤਾ ਹੈ ਮੁਆਵਜ਼ਾ 1 ਕਿੱਲੇ ਦੇ ਮਗਰ, ਅਤੇ ਪੈਸੇ ਅਸੀਂ ਭੇਜ ਦਿੱਤੇ ਹੈ, ਡਿਸਪਰਸ ਹੋਣੇ ਸ਼ੁਰੂ ਹੋ ਰਹੇ। ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ 36,000 ਨੂੰ ਅਸੀਂ ਕਾਨੂੰਨ ਬਣਾ ਕੇ ਪੱਕਾ ਕੀਤਾ ਹੈ, ਲੇਕਿਨ ਗਵਰਨਰ ਸਾਹਿਬ ਵੱਲੋਂ ਰਾਜਨੀਤਿਕ ਕਾਰਨਾਂ ਕਰਕੇ ਫਾਈਲ ਨੂੰ ਰੋਕਿਆ ਹੋਇਆ ਹੈ। ਸਾਡੇ ਚੀਫ ਸੈਕਟਰੀ ਸਾਹਿਬ 2 ਵਾਰ ਜਾ ਕੇ ਆਏ ਹੈ, ਮੈਂ ਮੰਤਰੀਆਂ ਨੂੰ ਨਾਲ ਲੈ ਕੇ ਜਾ ਕੇ ਆਇਆ ਕਿ ਫਾਈਲ ਨੂੰ ਕਲੀਅਰ ਕਰੋ, ਲੇਕਿਨ ਉਹਨਾਂ ਵੱਲੋਂ ਅਜੇ ਤੱਕ ਕੀਤੀ ਨਹੀਂ। ਹੁਣ ਅਸੀਂ ਸੋਮਵਾਰ ਨੂੰ ਉਹਨਾਂ ਨੂੰ ਫੇਰ ਮਿਲਣ ਜਾ ਰਹੇ, ਸਾਰੇ ਕੈਬਨਿਟ ਦੇ ਮੰਤਰੀਆਂ ਦੇ ਨਾਲ ਮੈਂ ਆਪ ਜਾ ਰਿਹਾ, ਲੇਕਿਨ ਜੇ ਨਹੀਂ ਕਰਨਗੇ ਤਾਂ ਇਹ ਰਾਜਨੀਤੀ ਹੈ। ਐਸੀ ਧਰਨਾ ਵੀ ਦੇਣਾ ਪਿਆ ਤਾਂ ਧਰਨਾ ਦੇ ਸਕਦੇ ਹਾਂ, ਲੇਕਿਨ ਅਸੀਂ ਮੁਲਾਜ਼ਮ ਪੱਕੇ ਕਰਨੇ ਹੈ। ਸਾਡਾ ਕਾਨੂੰਨ ਬਣਿਆ ਹੋਇਆ ਹੈ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਟਾਈਮ ਸਿਰ ਕਾਨੂੰਨ ਜਿਹੜਾ ਬਣਿਆ ਹੋਇਆ ਉਸ ਦੀ ਫਾਈਲ ਨੂੰ ਕਲੀਅਰ ਕਰੇ। ਉਹ ਜਾਣ ਕੇ, ਕਿਉਂਕਿ ਪਹਿਲਾਂ ਮੈਨੂੰ ਇਹ ਸੀ ਕਿ ਸ਼ਾਇਦ ਕਿਤੇ ਬਿਜ਼ੀ ਹੈ, ਲੇਕਿਨ ਹੁਣ ਮੈਂ ਵੀ ਜਾਇਆ ਆ, ਚੀਫ ਸੈਕਟਰੀ ਵੀ ਜਾਇਆ, ਹੁਣ ਇਹ ਰਾਜਨੀਤੀ ਹੈ, ਕਿਉਂਕਿ ਪਿੱਛੇ ਤੋਂ ਬੀਜੇਪੀ ਦਾ ਪ੍ਰੈਸ਼ਰ ਹੈ। ਇਸ ਤਰ੍ਹਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। 40,000 ਤੋਂ ਵੱਧ ਵੈਟ ਦੇ ਕੇਸ ਅਸੀਂ ਉਹਨਾਂ ਦੀ ਅਸੈਸਮੈਂਟ ਜਿਹੜੀ ਚੱਲ ਰਹੀ ਸੀ ਉਹ ਖਤਮ ਕਰ ਦਿੱਤੀ ਹੈ ਅਤੇ ਉਹਨਾਂ ਨੂੰ ਬਿਲਕੁਲ ਸੁਰਖਰੂ ਕਰ ਦਿੱਤਾ ਹੈ। ਪੈਟਰੋਲ ਤੇ ਰੇਟ 10 ਰੁਪਏ ਘੱਟ ਕੀਤੇ ਹੈ, ਡੀਜ਼ਲ ਦੇ ਰੇਟ 5 ਰੁਪਏ ਘੱਟ ਕੀਤੇ ਹੈ। ਜਿਹੜੇ ਕਹਿੰਦੇ ਹੈ ਕਿ ਜੀ ਫੈਸਲੇ ਐਲਾਨੇ ਹੀ ਜਾਂਦੇ, ਲਾਗੂ ਨਹੀਂ ਹੁੰਦੇ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਪੈਟਰੋਲ ਪੰਪ ਪਰ ਜਾ ਕੇ ਪੈਟਰੋਲ ਪਾਉਣ, 10 ਰੁਪਏ ਸਸਤਾ ਮਿਲ ਰਿਹਾ ਹੈ, ਡੀਜ਼ਲ ਪਾਉਣ 5 ਰੁਪਏ ਸਸਤਾ ਮਿਲ ਰਿਹਾ ਹੈ, ਬਿਜਲੀ ਦੇ ਬਕਾਏ ਬਿਲਾਂ ਚੈੱਕ ਕਰ ਲੈਣ, ਅਗਲੇ ਜਿਹੜੇ ਬਿੱਲ ਆ ਰਹੇ ਉਹ ਚੈੱਕ ਕਰ ਲੈਣ, 3 ਰੁਪਏ ਰੇਟ ਘੱਟ ਕੇ ਆ ਰਹੇ ਬਿਜਲੀ ਦੇ। ਕਾਰਨ ਇਹ ਹੈ ਕਿ ਜਿਹੜੇ ਲੋਕ ਗਰੰਟੀਆਂ ਦੇ ਰਹੇ ਸੀ, ਘਰਾਂ ਦੇ ਵਿੱਚ ਫਾਰਮ ਭਰ ਰਹੇ ਸੀ ਜਾ ਕੇ, ਉਹਨਾਂ ਦੇ ਘਰ ਪਏ ਹੀ ਗਰੰਟੀ ਕਾਰਡ ਐਕਸਪਾਇਰ ਹੋ ਗਏ ਉਹਨਾਂ ਪਾਰਟੀਆਂ ਦੇ, ਅਤੇ ਉਹਨਾਂ ਪਾਸ ਹੁਣ ਹੋਰ ਕੁਝ ਕਹਿਣ ਨੂੰ ਬਚਿਆ ਨਹੀਂ, ਸਿਰਫ ਇਹੀ ਕਹਿੰਦੇ ਵੀ ਇਹ ਐਲਾਨ ਹੀ ਕਰਦਾ ਹੈ, ਜਦ ਕਿ ਅਸੀਂ ਐਲਾਨ ਨਹੀਂ ਕਰਦੇ, ਲਾਗੂ ਕਰਦੇ। ਇਹ ਮੈਂ ਪੁਰਾਣੇ ਜਿਹੜੇ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਉਹਨਾਂ 'ਚੋਂ ਕੁਝ ਫੈਸਲੇ ਦੱਸੇ। ਹੁਣ ਮੈਂ ਨਵੇਂ ਫੈਸਲੇ ਜਿਹੜੇ ਲਾਗੂ ਕੀਤੇ ਹੈ ਉਹ ਤੁਹਾਨੂੰ ਦੱਸਣ ਜਾ ਰਿਹਾ। ਮਿਡ ਡੇ ਮੀਲ ਵਰਕਰ, ਇਹਨਾਂ ਦੀ 22,000 ਰੁਪਏ ਪਹਿਲਾਂ ਮਿਲਦਾ ਸੀ ਇਹਨਾਂ ਨੂੰ, ਅਸੀਂ ਇਹਨਾਂ ਨੂੰ ਵਧਾ ਕੇ 3,000 ਰੁਪਇਆ ਕਰ ਦਿੱਤਾ ਹੈ। ਇਹ ਲਗਭਗ 46,000 ਵਰਕਰ ਹੈ ਪੰਜਾਬ ਦੇ ਵਿੱਚ, ਮਿਡ ਡੇ ਮੀਲ ਜਿਹੜੇ ਸਕੂਲਾਂ ਦੇ ਵਿੱਚ ਬਣਾਉਂਦੇ ਆ। ਗਰੀਬ ਲੋਕ ਹੈ, ਉਹਨਾਂ ਨੂੰ ਸਿਰਫ 2200 ਰੁਪਇਆ ਦਿੰਦਾ ਜਾਂਦਾ ਸੀ, ਅਸੀਂ ਇਕੱਠਾ 800 ਰੁਪਇਆ ਵਧਾ ਕੇ ਉਹਨਾਂ ਦਾ 3,000 ਕਰ ਦਿੱਤਾ ਹੈ, ਨਾਲ ਨੋਟੀਫਿਕੇਸ਼ਨ ਕਰ ਦਿੱਤੀ ਹੈ। ਇਸੇ ਤਰ੍ਹਾਂ ਇਸ ਮਹੀਨੇ ਤੋਂ ਮਿਲਣ ਲੱਗ ਜਾਏਗਾ। ਆਸ਼ਾ ਵਰਕਰ 21,418 ਆਸ਼ਾ ਵਰਕਰ ਹੈ, 42,205 ਮਿਡ ਡੇ ਵਰਕਰ ਹੈ। ਜਿਹੜੇ 21,000 ਆਸ਼ਾ ਵਰਕਰ ਹੈ ਉਹਨਾਂ ਨੂੰ ਸਿਰਫ ਕਮਿਸ਼ਨ ਮਿਲਦਾ ਸੀ, ਫਿਕਸ ਪੈਸਾ ਕੋਈ ਨਹੀਂ ਸੀ ਮਿਲਦਾ, ਬਹੁਤ ਘੱਟ ਪੈਸੇ ਉਹਨਾਂ ਦੇ ਬਣਦੇ ਸੀ, ਲੇਕਿਨ ਉਹ ਵਿਚਾਰੀਆਂ ਰੋਜ਼ ਜਾਂਦੀਆਂ, ਰੋਜ਼ ਕੰਮ ਕਰਦੀਆਂ, ਗੁਜ਼ਾਰੇ ਜੋਗੇ ਪੈਸੇ ਨਹੀਂ ਸੀ ਮਿਲਦੇ। ਅਸੀਂ ਕਮਿਸ਼ਨ ਦੇ ਨਾਲ ਆਪਣੇ ਸਰਕਾਰ ਵੱਲੋਂ 2500 ਰੁਪਇਆ ਉਹਨਾਂ ਨੂੰ ਵੱਖਰਾ ਦੇਣਾ ਦਾ ਤੈਅ ਕਰ ਦਿੱਤਾ ਹੈ। ਇਸ ਮਹੀਨੇ ਤੋਂ ਮਿਲਣ ਲੱਗ ਜਾਏਗਾ, ਕਾਨੂੰਨ ਬਣਾ ਦਿੱਤਾ ਹੈ। ਪੰਜਾਬ ਦੇ ਵਿੱਚ ਜਨਰਲ ਵਰਗ ਦੇ
भी गरीब हैं। गरीब है, किसी जात बरादरी या धर्म का होवे। इस करके असी पंजाब राज जनरल वर्ग कमीशन की स्थापना की है, जिहड़े कि असी कैबिनेट दे विच पास करके नोटिफिकेशन कर दी है। इस दे अहुदेदार चेयरमैन भी लगा दिता है, बाकी अहुदेदार कुछ दिनों च लग जाएंगे। सरकार वालों मलेरकोटला विखे हज हाउस की स्थापना की जा रही है, उहदे वास्ते जगह की शनाख्त हो गई है। अगला फैसला जल सप्लाई और सैनीटेशन विभाग, ग्राम पंचायत जल और सैनीटेशन कमेटियां वालों संचालित जल सप्लाई स्कीमां के खपतकारां के पानी के बिलों के बकाए माफ़ किए हैं। पिछली बार जदों असीं फैसला किया तो अगे नूं 50 रुपए रेट करता सी, टैंकियां के बिल माफ़ करते सी, लेकिन पानी के बकाए नहीं सी माफ़ होए। शहरों ते पिंडां दे उन्हां दी असीं नोटिफिकेशन करती है कि पानी के पुराने बकाए, चाहे वो सीवरेज के पुराने बकाए तो पानी के दोनों के, ये असीं टोटल माफ़ कर दिते हैं। हुण ये अगे नूं जमा कराउण दी लोड़ नहीं है। इस तरह नंबरदारां दा बड़ा भारी मसला सी, उन्हां दी डिमांड सी कि सानू जद्दी पुश्ती किया जाए। असीं उसका हल कढ़िया, हाई कोर्ट की रोक होने करके असीं जद्दी पुश्ती सीधा नहीं कर सके, लेकिन उन्होंने असीं अलाउ करता है कि सरबराही अपने बेटे नूं 5 साल तक की दे सकते, उहदा एक्सपीरियंस बन जाएगा। 5 साल वास्ते अपने जींदे जी अपने मुंडे नूं ओह नंबरदार बना सकते। तो जदों उन्हां तो बाद एप्लीकेशनां लईआं जाणगीआं तां एक्सपीरियंस नूं तरजीह दी जाएगी। जिहड़ा वो 5 साल तक का एक्सपीरियंस हो जाएगा, उहदे करके फिर उही बनेगा। इस करके लै लै नंबरदारी आपां क्या क्या करांगे तुहानूं पता है, लेकिन नंबरदारी नंबरदारां दे घर रहेगी। असीं ये कर दिता है। राजा संसी अमृतसर नूं सब तहसील बना दिता है। कड़ूआ मोहाली दे विच मेरे हल्के का पिंड है, उन्होंने असीं सब तहसील बनाया है। नोटिफिकेशनां कर दित्तियां, लागू है सारा कुछ। तुहानूं मैं एक कापी दे दी है। 100 दिन 100 वड्डे फैसले, 100 मसलियां दा हल, वो तुहानूं नाल नाल ये पूरी किताब बना के दित्ती है। इहदे च नोटिफिकेशन भी लगी भी है लागू करन दी, ते नाल फैसला भी लिखिया हुआ है। जे किसी नूं वहम है, वो जिहड़े कि दूसरी पार्टी वालियां नूं हो सकता है, आम तौर पर दिल्ली कली ते कॉल आ सकती है, तो तुसीं उन्हां नूं चैक करा सकते हो। दोरागला गुरदासपुर नूं सब तहसील बनाया जी। औड़ SBS नगर नूं सब तहसील बनाता है। कोविड-19 महामारी दौरान कंट्रैक्ट कैरेज वाहना, धार्मिक संस्थावां दे वाहना, जिन्नियां धार्मिक संस्थावां दीयां गड्डियां ते कंट्रैक्ट कैरेज वालियां गड्डियां अते 35 सीटर तक दीयां स्टेज कैरियर बसां दे मोटर वाहनां दा टैक्स तो छूट दी गई है। जिन्नी देर कोविड दे विच वो चलियां, उन्हां दे पुराने टैक्स के बकाए है जिहड़े वो माफ़ किए गए हैं। स्टेट कैरेज बसां, विद्यक अदारियां दीयां बसां ते धार्मिक संस्थावां दीयां बसां ते मोटर व्हीकल टैक्स तो छूट दी गई है। ये भी असीं नोटिफिकेशन करता, उन्होंने पुराने टैक्स कोविड के दौरान दे माफ़ किए हैं। राज के सारे कॉलेज विद्यार्थियों को मुफ्त बस, ये बड़ा जरूरी सी। जब मैं कॉलेज दे विच पढ़िया तो सानू पास मिलते सी, थोड़े जे पैसे दे के पास बन जाता सी, बस का किराया नहीं सी लगता, साडा गुजारा हो जाता सी आउण जाण दा। हुण वो नहीं है सी। खास तौर पर प्राइवेट कॉलेजां ते प्राइवेट यूनीवर्सिटियां के बच्चों को बड़ी दिक्कत आउंदी सी आउण जाण दी। उन्हां नूं बस पास नहीं सी हुण जारी हुंदे, उन्हां दा काफ़ी किराया लग जांदा सी, बसां महंगियां हो गईयां। इस करके असीं पूरे पंजाब दे विच जिन्ना भी स्टूडेंट है कॉलेज का, यूनीवर्सिटी का, चाहे वो प्राइवेट कॉलेज है, चाहे प्राइवेट यूनीवर्सिटी है, चाहे सरकारी कॉलेज है, चाहे सरकारी यूनीवर्सिटी है, उन्हां दे असीं बसां दे विच फ्री आउण जाण कॉलेज तो घर तक दा प्रदान कर दिता है। उन्हां नूं पास जारी किए जाणगे, लेकिन ये फैसला अज तो ही लागू कर दिता है। फिलहाल वो अपना आइडेंटिटी कार्ड दिखा के आउण जाण कर सकते हैं। 31 मार्च तक जरूरी होएगा कि वो अपना बस पास बना लेण।
3 ਮਹੀਨੇ ਬਸ ਪਾਸ ਬਣਾਉਣ ਨੂੰ ਦਿੱਤੇ ਹੈ ਤੇ ਉਦੋਂ ਤੱਕ ਉਹਨਾਂ ਦਾ ਆਉਣ ਜਾਣ ਫ੍ਰੀ। ਅਸੀਂ ਹੁਣ ਆਇਡੈਂਟੀ ਕਾਰਡ ਤੇ ਕਰਤਾ ਹੈ। ਆਪਣੀ ਯੂਨੀਵਰਸਿਟੀ ਦਾ ਆਇਡੈਂਟੀ ਕਾਰਡ ਦਿਖਾਓ, ਕਿਉਂਕਿ ਇੱਕਦਮ ਬਣਨੇ ਨਹੀਂ ਪਾਸ, ਕੋਡ ਲੱਗ ਜਾਣਾ ਹੈ। ਫਿਰ ਕਹਿਣਾ, ਕਈਆਂ ਨੇ ਕਹਿ ਦੇਣਾ ਜੀ ਇਹ ਤਾਂ ਉਈਓ ਐਲਾਨ ਨੇ ਕੀਤਾ ਸੀ। ਇਸ ਕਰਕੇ ਅਸੀਂ ਨੋਟੀਫਿਕੇਸ਼ਨ 'ਚ ਇਹ ਲਿਖ ਰਹੇ ਹਾਂ ਕਿ ਉਹ ਬੱਸ ਦੇ ਵਿੱਚ ਜਾ ਸਕਦੇ ਆਇਡੈਂਟੀ ਕਾਰਡ ਦਿਖਾ ਕੇ। ਮਿਊਨਿਸਪਲ ਸੀਮਾਵਾਂ ਤੋਂ ਬਾਹਰ ਬਣੀਆਂ ਇਕੱਲੀਆਂ ਇਮਾਰਤਾਂ ਨੂੰ ਜਿਉਂ ਦਾ ਤਿਉਂ ਨਿਯਮਿਤ ਕੀਤਾ ਹੈ। ਜਿਹੜੀਆਂ ਬਾਹਰ ਬਿਲਡਿੰਗਾਂ ਬਣ ਗਈਆਂ ਉਹਨਾਂ ਨੂੰ ਅਸੀਂ ਰਿਕੋਗਨਾਈਜ਼ ਕਰ ਰਹੇ ਹਾਂ। ਪੰਜਾਬ ਵਿੱਚ EWS ਹਾਊਸਿੰਗ ਸਕੀਮ 2021 ਦੇ ਤਹਿਤ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ 25,000 ਮਕਾਨ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਗਰੀਬ ਆਦਮੀ ਮਕਾਨ ਨਹੀਂ ਖਰੀਦ ਸਕਦਾ। ਇਸ ਕਰਕੇ ਅਸੀਂ 25,000 ਫਲੈਟ ਪੰਜਾਬ ਸਰਕਾਰ ਵੱਲੋਂ ਬਣਾ ਕੇ ਦੇ ਰਹੇ, ਬਹੁਤ ਹੀ ਨੋਮੀਨਲ ਰੇਟਾਂ 'ਤੇ। ਸਿਰਫ 4,000 ਰੁਪਈਆ ਉਹਨਾਂ ਦੀ ਕਿਸ਼ਤ ਹੋਏਗੀ ਅਤੇ ਉਹਨੂੰ ਜਿਹੜੇ ਘੱਟ ਆਮਦਨ ਵਾਲੇ ਲੋਕ ਹੈ ਉਹਨਾਂ ਨੂੰ 25,000 ਮਕਾਨ ਅਸੀਂ ਦੇ ਰਹੇ। ਜਗ੍ਹਾ ਦੀ ਸ਼ਨਾਖਤ ਹੋ ਗਈ ਹੈ, ਟੈਂਡਰ ਲੱਗ ਗਏ ਹੈ ਅਤੇ ਅਸੀਂ ਹੁਣ ਉਹਨਾਂ ਤੋਂ ਐਪਲੀਕੇਸ਼ਨਾਂ ਲੈ ਕੇ ਲਾਟਰੀ ਸਿਸਟਮ ਦੇ ਨਾਲ ਮਕਾਨ ਜਾਰੀ ਕਰਾਂਗੇ। ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਤਹਿਤ ਅਪਰਾਧਾਂ ਨੂੰ ਕੰਪਾਊਂਡ ਕਰਨ ਲਈ ਧਾਰਾ 38 ਅਧੀਨ ਸ਼ਰਤਾਂ ਅਤੇ ਪਾਬੰਦੀਆਂ ਨੂੰ ਦਰਸਾਉਂਦੇ ਨਿਯਮ ਸ਼ਾਮਲ ਕੀਤੇ ਹੈ। ਇਹ ਜਿਹੜਾ ਸਾਡਾ ਪੁੱਡਾ ਹੈ ਉਹਦੇ ਵਿੱਚ ਰਿਲੈਕਸੇਸ਼ਨਾਂ ਦਿੱਤੀਆਂ ਗਈਆਂ ਅਤੇ ਰਾਜ ਵਿੱਚ ਡਿਵੈਲਪਰਾਂ ਨੂੰ ਵਿਆਜ ਵਿੱਚ ਰਾਹਤ 10% ਤੋਂ ਸਧਾਰਨ ਵਿਆਜ ਦਰ ਅਤੇ 3% ਵਾਧੂ ਜੁਰਮਾਨਾ ਵਿਆਜ ਦਰ ਘਟਾ ਕੇ 8.5% ਕਰ ਦਿੱਤੀ ਗਈ ਹੈ। ਇਹ ਵੀ ਪੁੱਡਾ ਨਾਲ ਰਿਲੇਟਡ ਹੈ। ਜਿਹੜੇ ਉਹਨਾਂ ਦੇ ਵਿਆਜ ਦਿੰਦੇ ਸੀ ਉਹ ਅਸੀਂ ਵਿਆਜ ਘੱਟ ਕੀਤੇ ਹੈ। ਰਾਜ ਵਿੱਚ ਡਿਵੈਲਪਰਾਂ ਨੂੰ ਵਿਆਜ ਵਿੱਚ ਰਾਹਤ ਨਵੇਂ ਪ੍ਰੋਜੈਕਟਾਂ ਲਈ ਵਿਆਜ ਦਰ 10% ਤੋਂ ਘਟਾ ਕੇ 7.5% ਕਰ ਦਿੱਤੀ ਹੈ। ਇਹ ਵੀ ਪੁੱਡਾ ਦਾ ਹੈ। ਅਰਬਨ ਸਟੇਟ ਫੇਜ਼ 2 ਅਤੇ 3 ਬਠਿੰਡਾ ਵਿਖੇ BDA ਜ਼ਮੀਨ ਦੇ ਮੌਜੂਦਾ ਕਬਜ਼ਕਾਰਾਂ ਨੂੰ ਜਿਉਂ ਦਾ ਤਿਉਂ ਦੇ ਆਧਾਰ 'ਤੇ ਐਡਜਸਟ ਕੀਤਾ ਜਾ ਰਿਹਾ ਹੈ। ਇਹ ਵੀ ਪੁੱਡਾ ਵੱਲੋਂ ਅਸੀਂ ਕਰ ਰਹੇ ਹਾਂ। ਸਾਰਾਗੜ੍ਹੀ ਦੇ ਬਹਾਦਰ ਸ਼ਹੀਦ ਹਵਾਲਦਾਰ ਸਰਦਾਰ ਈਸ਼ਰ ਸਿੰਘ ਦੇ ਨਾਮ 'ਤੇ ਪਿੰਡ ਝੋਰੜਾ ਲੁਧਿਆਣਾ ਵਿਖੇ ਨਵੇਂ ਹਸਪਤਾਲ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਹਦੀ ਨੋਟੀਫਿਕੇਸ਼ਨ ਕਰ ਦਿੱਤੀ ਹੈ, ਜਗ੍ਹਾ ਦੀ ਸ਼ਨਾਖਤ ਹੋ ਗਈ ਹੈ। ਜਨਤਕ ਸਿਹਤ ਸੇਵਾਵਾਂ ਲਈ ਪੰਜਾਬ ਦੇ 13 ਕਮਿਊਨਿਟੀ ਹੈਲਥ ਸੈਂਟਰਾਂ ਨੂੰ ਸਬ ਡਿਵੀਜ਼ਨਲ ਹਸਪਤਾਲਾਂ ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਇਹਨਾਂ ਦੇ 13 ਦੇ ਇਹਦੇ ਵਿੱਚ ਅਸੀਂ ਨਾਮ ਦੇ ਦਿੱਤੇ ਹੈ। 13 ਹਸਪਤਾਲ ਅਪਗ੍ਰੇਡ ਕਰ ਦਿੱਤੇ ਹੈ। ਜਨਤਕ ਸਿਹਤ ਸੇਵਾਵਾਂ ਲਈ ਪੰਜਾਬ ਦੇ 9 PHC ਨੂੰ ਕਮਿਊਨਿਟੀ ਸੈਂਟਰ ਹੈਲਥ ਸੈਂਟਰ, ਡਿਸਪੈਂਸਰੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ 9 ਨੂੰ ਬਣਾਇਆ ਗਿਆ ਹੈ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਸਬ ਡਿਵੀਜ਼ਨ ਜਿਹੜੇ ਹਸਪਤਾਲ ਹੈ ਉਹ ਅਸੀਂ ਅਪਗ੍ਰੇਡ ਕੀਤੇ ਹੈ। ਜਿਵੇਂ ਮੇਰੇ ਚਮਕੌਰ ਸਾਹਿਬ ਹੈ, ਉੱਥੇ ਅਸੀਂ 9 ਕਰੋੜ ਰੁਪਈਆ ਲਾ ਕੇ ਹਸਪਤਾਲ ਨੂੰ ਅਪਗ੍ਰੇਡ ਕਰ ਰਹੇ। ਇਸੇ ਤਰ੍ਹਾਂ 13 ਕੀਤੇ ਹੈ ਅਤੇ 9 CHC ਨੂੰ ਕੀਤਾ ਹੈ। ਜਨਤਕ ਸਿਹਤ ਸੇਵਾਵਾਂ ਲਈ 7 ਪੇਂਡੂ ਹਸਪਤਾਲਾਂ ਨੂੰ, ਜਿਹੜੇ ਛੋਟੇ ਹਸਪਤਾਲ ਹੈ ਉਹਨਾਂ ਨੂੰ PHC ਬਣਾਇਆ, ਉਹ 7 ਹੈ। ਇਸੇ ਤਰ੍ਹਾਂ ਜਨਤਕ ਇਹ ਜਿਹੜੀਆਂ ਅਸੀਂ ਅਪਗ੍ਰੇਡ ਕੀਤੇ ਹੈ, ਇਹਨਾਂ ਵਾਸਤੇ ਅਸੀਂ 775 ਮੈਡੀਕਲ ਅਫਸਰਾਂ ਦੀਆਂ ਨਵੀਆਂ ਪੋਸਟਾਂ ਵੀ ਕ੍ਰੀਏਟ ਕਰ ਦਿੱਤੀਆਂ, ਤਾਂ ਕਿ ਇਹ ਨਾ ਹੋਵੇ ਕਿ ਹਸਪਤਾਲ ਬੜਾ ਕਰ ਦਈਏ ਤਾਂ ਡਾਕਟਰ ਹੋਵੇ ਨਾ, ਨਰਸਾਂ ਹੋਵੇ ਨਾ। 775 ਪੋਸਟਾਂ ਵੀ ਅਸੀਂ ਕ੍ਰੀਏਟ ਕਰ ਦਿੱਤੀਆਂ, ਉਹਦਾ ਵੀ ਨੋਟੀਫਿਕੇਸ਼ਨ ਨਾਲ ਲਾਇਆ ਹੋਇਆ। ਇੱਕ ਮੇਰਾ ਡ੍ਰੀਮ ਪ੍ਰੋਜੈਕਟ ਹੈ, ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ੁਰੂ ਕੀਤਾ ਸੀ 2006 ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਥੀਮ ਪਾਰਕ। ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਉੱਥੇ ਪੂਰੇ ਸਿੱਖ ਇਤਿਹਾਸ ਨੂੰ ਫਿਲਮਾਇਆ। ਮੈਂ ਆਪ ਸਾਰੇ ਪੱਤਰਕਾਰ ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਦੇਖ ਕੇ ਆਓ। ਬਹੁਤ ਹੀ ਵਧੀਆ ਦੇਖਣ ਵਾਲੀ ਚੀਜ਼ ਬਣਾਈ ਹੈ। ਤੁਸੀਂ ਇਹ ਸਮਝੋ ਇੱਕ ਨਵਾਂ ਅਜੂਬਾ ਪੰਜਾਬ ਦੇ ਵਿੱਚ ਬਣਿਆ। ਪੂਰੇ ਸਿੱਖ ਇਤਿਹਾਸ ਨੂੰ ਅਸੀਂ ਉੱਥੇ ਫਿਲਮਾਇਆ ਹੈ। ਉਹਦੇ ਵਿੱਚ 11 ਗੈਲਰੀਆਂ ਬਣਾਈਆਂ ਗਈਆਂ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਅਤੇ ਉਸ ਤੋਂ ਬਾਅਦ ਬੰਦਾ ਬਹਾਦਰ ਜੀ ਦੇ ਸਰਹੰਦ ਨੂੰ ਫਤਿਹ ਕਰਨ ਤੱਕ ਦੀ ਜਿਹੜੀ ਹਿਸਟਰੀ ਹੈ, ਸਿੱਖ ਇਤਿਹਾਸ ਹੈ, ਉਸ ਨੂੰ ਉੱਥੇ ਫਿਲਮਾਇਆ ਗਿਆ ਹੈ। ਮੈਂ ਪੰਜਾਬੀ, ਅੱਜ ਉੱਥੇ ਬਹੁਤ ਜ਼ਿਆਦਾ ਰਸ਼ ਹੈ, ਹਰ ਕੋਈ ਦੇਖਣ ਆ ਰਿਹਾ, ਲੇਕਿਨ ਇੱਕ ਦਿਨ ਦੇ ਵਿੱਚ
11 ਗੈਲਰੀਆਂ ਹੈ। ਉਹਦੇ 'ਚ ਇੱਕ ਗੈਲਰੀ 'ਚ ਇੱਕ ਵਾਰ 40 ਬੰਦੇ ਹੀ ਬੈਠ ਸਕਦੇ ਹੈ ਅਤੇ 440 ਇੱਕ ਵਾਰ ਨਿਕਲਦੇ ਹੈ। 2 ਘੰਟੇ ਦਾ ਸ਼ੋਅ ਹੈ। ਇਸ ਤਰ੍ਹਾਂ ਅਸੀਂ 7 ਸ਼ੋਅ ਰੋਜ਼ ਚਲਾਉਂਦੇ ਹਾਂ। ਸੋ ਲਗਭਗ 50,000 ਬੰਦਾ ਥੋੜ੍ਹੇ ਦਿਨਾਂ 'ਚ ਉਹਨੂੰ ਦੇਖ ਚੁੱਕਿਆ ਹੈ। ਇਹ ਇੱਕ ਬਹੁਤ ਬੜੀ ਅਤੇ ਅਹਿਮ ਸੌਗਾਤ ਅਸੀਂ ਪੰਜਾਬੀਆਂ ਨੂੰ, ਦੇਸ਼ ਨੂੰ, ਦੁਨੀਆ ਨੂੰ ਅਤੇ ਸਿੱਖ ਕੌਮ ਨੂੰ ਦਿੱਤੀ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਸਾਰੇ ਜਾਣੇ ਇਸ ਨੂੰ ਦੇਖ ਕੇ ਆਓ। ਇਹਦਾ ਨਾਮ ਰੱਖਿਆ ਅਸੀਂ ਦਾਸਤਾਨ ਸ਼ਹਾਦਤ। ਇਹਦੇ ਅਸੀਂ ਸਟਾਫ ਵੀ ਭਰਤੀ ਕਰਨ ਵਾਸਤੇ ਰੱਖ ਲਿਆ ਹੈ। ਪੰਜਾਬ ਵਿੱਚ ਫਿਲਮ ਅਤੇ ਸੰਗੀਤ ਉਦਯੋਗ ਨੂੰ ਹੁਲਾਰਾ ਦੇਣ ਲਈ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਵਿਕਾਸ ਕੌਂਸਲ ਦੀ ਸਥਾਪਨਾ ਕੀਤੀ ਹੈ। ਪੰਜਾਬੀ ਮਿਊਜ਼ਿਕ ਦੁਨੀਆ ਦੇ ਵਿੱਚ ਅੱਜ ਸਭ ਤੋਂ ਮਸ਼ਹੂਰ ਮਿਊਜ਼ਿਕ ਹੈ। ਬਾਲੀਵੁੱਡ ਦੀਆਂ ਫਿਲਮਾਂ ਵੀ ਪੰਜਾਬੀ ਮਿਊਜ਼ਿਕ ਤੋਂ ਬਿਨਾਂ ਨਹੀਂ ਚੱਲਦੀਆਂ। ਪੰਜਾਬੀ ਫਿਲਮਾਂ ਨੇ ਬਹੁਤ ਨਾਮਣਾ ਖੱਟਿਆ ਹੈ ਅਤੇ ਬਹੁਤ ਤਰੱਕੀ ਕੀਤੀ ਹੈ। ਪੰਜਾਬੀ ਮਿਊਜ਼ਿਕ ਨੇ ਵੀ ਕੀਤੀ ਹੈ। ਇਸ ਲਈ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਵਿਕਾਸ ਕੌਂਸਲ ਬਣਾਈ ਹੈ। ਇਹਦੀ ਸਥਾਪਨਾ ਹੋ ਗਈ ਹੈ। ਇਹਦੇ ਅਹੁਦੇਦਾਰ ਅਸੀਂ 1-2 ਦਿਨਾਂ 'ਚ ਲਾ ਦਾਂਗੇ। ਜਿਸ ਤਰੀਕੇ ਦੇ ਨਾਲ ਭਗਵਦ ਗੀਤਾ ਅਤੇ ਰਮਾਇਣ ਅਤੇ ਅਧਿਐਨ ਸੈਂਟਰ ਬਣਾਇਆ ਗਿਆ, ਉਸੇ ਤਰ੍ਹਾਂ ਸ਼੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਕਮੇਟੀ ਬਣਾ ਕੇ ਡੇਰਾ ਸੱਚ ਬੱਲਾ ਵਿਖੇ, ਜਲੰਧਰ ਵਿਖੇ ਗੁਰੂ ਰਵਿਦਾਸ ਦੀ ਬਾਣੀ ਦਾ ਅਧਿਐਨ ਸੈਂਟਰ ਅਸੀਂ ਬਣਾ ਰਹੇ ਹਾਂ। ਉਹਦੀ ਕਮੇਟੀ ਬਣਾ ਦਿੱਤੀ ਹੈ। ਜ਼ਮੀਨ ਲੈਣ ਲਈ ਉਹਨਾਂ ਨੂੰ ਅਸੀਂ 25 ਕਰੋੜ ਰੁਪਈਆ ਦੇ ਦਿੱਤਾ ਹੈ। ਇਸੇ ਤਰ੍ਹਾਂ ਵਾਲਮੀਕ ਜੀ ਦਾ ਪਨੋਰਮਾ ਵਾਲਮੀਕ ਸਥਲ ਅੰਮ੍ਰਿਤਸਰ ਵਿਖੇ ਤਿਆਰ ਕੀਤਾ ਜਾ ਰਿਹਾ ਹੈ। ਖੇਤੀਬਾੜੀ ਸਾਲ 22-23 ਲਈ ਅਨਾਜ ਦੀ ਢੋਆ ਢੁਆਈ ਲਈ ਸੋਧੀ ਪਾਲਿਸੀ ਨੂੰ ਲਾਗੂ ਕਰ ਦਿੱਤਾ ਹੈ। ਕੰਟਰੈਕਟ 'ਤੇ ਕੰਮ ਕਰ ਰਹੇ ਸਫਾਈ ਸੇਵਕਾਂ ਦੀ ਬਹੁਤ ਡਿਮਾਂਡ ਸੀ, ਸੀਵਰਮੈਨਾਂ ਦੀ ਬਹੁਤ ਡਿਮਾਂਡ ਸੀ, ਅਤੇ ਜਿਹੜੇ ਟਰਾਲੀ ਚਲਾਉਂਦੇ ਗੰਦਗੀ ਢੋਣ ਵਾਲੇ ਡਰਾਈਵਰ ਉਹਨਾਂ ਦੀ ਬੜੀ ਡਿਮਾਂਡ ਸੀ ਕਿ ਸਾਨੂੰ ਪੱਕਾ ਕਰੋ। ਅਸੀਂ ਨੋਟੀਫਿਕੇਸ਼ਨ ਕਰ ਦਿੱਤਾ ਹੈ। ਮਿਊਨਿਸਪਲ ਕਮੇਟੀਆਂ ਦੇ ਮਤੇ ਆ ਗਏ ਹੈ। ਲੁਧਿਆਣੇ ਦੇ ਵਿੱਚ 2400 ਬੰਦਾ ਪੱਕਾ ਹੋਇਆ ਹੈ ਅਤੇ ਹਰ ਸ਼ਹਿਰ ਦੇ ਜਿਹੜੇ ਸੀਵਰਮੈਨ ਅਤੇ ਸਫਾਈ ਕਰਮਚਾਰੀ ਹੈ ਉਹਨਾਂ ਨੂੰ ਅਸੀਂ ਪੱਕਾ ਕਰ ਰਹੇ ਹਾਂ। ਬਹੁਤ ਹੀ ਜ਼ਿਆਦਾ ਹੋ ਚੁੱਕੇ ਹੈ। ਡਾਇਰੈਕਟੋਰੇਟ ਆਫ ਇੰਡਸਟਰੀ ਤੋਂ ਪ੍ਰਾਪਤ ਹੋਏ ਪਲਾਟਾਂ ਦੇ ਡਿਫਾਲਟਰਾਂ ਲਈ ਇੱਕ ਮੁਕਤ ਸਮਝੌਤਾ ਸਕੀਮ ਅਸੀਂ ਲਾਗੂ ਕੀਤੀ ਹੈ। ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਅਧੀਨ ਫੋਕਲ ਪੁਆਇੰਟਾਂ ਵਿੱਚ ਡਿਫਾਲਟਰ ਪਲਾਟਾਂ ਲਈ ਇਹ ਇੱਕ ਮੁਕਤ ਸਮਝੌਤਾ ਸਕੀਮ ਲਾਗੂ ਕੀਤੀ ਹੈ। ਸਰਕਾਰੀ ਏਡਡ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਅਤੇ ਨਾਨ ਟੀਚਿੰਗ ਸਟਾਫ ਦੀਆਂ 1925 ਅਸਾਮੀਆਂ ਰੈਗੂਲਰ ਕੀਤੀਆਂ। ਇਹਦਾ ਕਾਰਨ ਇਹ ਹੈ ਕਿ ਮੈਂ ਵੀ ਏਡਡ ਸਕੂਲ ਦੇ ਵਿੱਚ ਪੜ੍ਹਿਆ, ਖਾਲਸਾ ਸਕੂਲ ਖਰੜ। ਕਿਤੇ ਐ ਨਾ ਉਹ ਕਹਿ ਦੇਣ ਯਾਰ ਇਹ ਹੁਣ ਇੱਥੇ ਵੀ ਪੜ੍ਹਿਆ ਇਹ ਵੀ ਹੋ ਜਾਏਗਾ। ਲੇਕਿਨ ਮੈਂ ਖਾਲਸਾ ਸਕੂਲ ਖਰੜ ਦੇ ਵਿੱਚ 6ਵੀਂ ਤੋਂ 11ਵੀਂ ਤੱਕ ਪੜ੍ਹਿਆ। ਏਡਡ ਸਕੂਲ ਮਰ ਰਹੇ ਸੀ, ਇਹਨਾਂ ਦੇ ਟੀਚਰਾਂ ਦੀਆਂ ਪੋਸਟਾਂ ਖਤਮ। ਇਹ ਸੀ ਵੀ ਜਿਹੜਾ ਰਿਟਾਇਰ ਹੋ ਗਿਆ, ਗਈ ਪੋਸਟ ਵੀ ਨਾਲੇ ਗਈ। ਇਹ ਅਸੀਂ ਰਿਵਾਈਵ ਕਰਤਾ ਹੈ ਸਾਰਾ ਕੁਝ। ਇਹਨਾਂ ਨੂੰ ਮੁੜ ਤੋਂ ਸੁਰਜੀਤ ਕਰ ਦਿੱਤਾ ਹੈ। ਜਿਹੜੇ ਏਡਡ ਸਕੂਲ ਹੈ, ਸਰਹਾਲਾ ਰਣੂਆ ਬੰਗਾ ਵਿਖੇ ਸਰਕਾਰੀ ਕਾਲਜ ਖੋਲ੍ਹਿਆ ਗਿਆ ਹੈ। ਆਦਮਪੁਰ ਜਲੰਧਰ ਵਿਖੇ ਸ਼੍ਰੀ ਕਾਂਸ਼ੀ ਰਾਮ ਜੀ ਜਿਨ੍ਹਾਂ ਨੇ BSP ਪਾਰਟੀ ਬਣਾਈ, ਉਹਨਾਂ ਦੇ ਨਾਮ 'ਤੇ ਅਸੀਂ ਸਰਕਾਰੀ ਕਾਲਜ ਖੋਲ੍ਹ ਰਹੇ ਹਾਂ। ਜਗ੍ਹਾ ਦੀ ਸ਼ਨਾਖਤ ਹੋ ਗਈ ਹੈ। ਸਰਕਾਰ ਨੇ ਫੈਸਲਾ ਲੈ ਲਿਆ ਹੈ। ਪੈਸੇ ਵੱਖਰੇ ਅਲਾਟ ਕਰ ਦਿੱਤੇ ਗਏ ਹੈ। ਸ਼੍ਰੀ ਕਾਂਸ਼ੀ ਰਾਮ ਸਰਕਾਰੀ ਕਾਲਜ ਆਦਮਪੁਰ। ਸਾਰੇ ਪ੍ਰਾਈਵੇਟ ਏਡਡ ਸਕੂਲਾਂ ਅਤੇ ਕਾਲਜਾਂ ਲਈ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਹੈ। ਲਖਮੀਪੁਰ ਖੀਰੀ ਦੇ ਮੰਦਭਾਗੀ ਘਟਨਾ ਵਿੱਚ ਮਾਰੇ ਗਏ 4 ਕਿਸਾਨਾਂ ਨੂੰ ਅਤੇ ਇੱਕ ਪੱਤਰਕਾਰ ਨੂੰ 50-50 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ। 3 ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਹੀਦ ਹੋਏ ਬਹਾਦਰ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਕਿਸਾਨ ਸਮਾਰਕ ਬਣਾਉਣ ਦਾ ਫੈਸਲਾ ਕੀਤਾ ਹੈ। ਕਿਸਾਨ ਯੂਨੀਅਨ ਆਈਆਂ ਸੀ, ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਤੁਸੀਂ ਦੱਸ ਦਿਓ ਕਿੱਥੇ ਬਣਾਉਣੀਆਂ। ਲੇਕਿਨ ਅਸੀਂ ਗਿੱਦੜਬਾਹੇ 'ਚ 5 ਏਕੜ ਜਗ੍ਹਾ ਦੇਖ ਲਈ ਹੈ। ਕਿਸਾਨਾਂ ਜਿਹੜੇ ਉੱਥੇ ਸ਼ਹੀਦ ਹੋਏ ਹੈ ਅਤੇ ਜਿਹੜਾ ਇਹ ਸੰਘਰਸ਼ ਚੱਲਿਆ, ਇਸ ਨੂੰ ਪੂਰੇ ਤਰ੍ਹਾਂ ਉਹਦੇ ਵਿੱਚ ਫਿਲਮਾਇਆ ਵੀ ਜਾਏਗਾ। ਇੱਕ ਸਦੀਵੀ ਯਾਦਗਾਰ ਇਸ ਦੀ ਬਣਾਈ ਜਾਏਗੀ। ਅਤੇ
ਆਖਿਰ 'ਚ ਮੈਂ ਦੱਸਣਾ ਚਾਹੁੰਦਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਅਸੀਂ ਅੰਤਿਮ ਪੜਾਅ ਤੱਕ ਲਿਜਾਣਾ ਅਤੇ ਦੋਸ਼ੀਆਂ ਵਿਰੁੱਧ FIR ਕਰ ਦਿੱਤੀ ਗਈ ਹੈ ਤੇ ਨਸ਼ਿਆਂ ਦੀ ਲੜਾਈ ਦੇ ਵਿੱਚ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡੇਗੀ। ਜਿਹੜੇ ਲੋਕ ਜਿਨ੍ਹਾਂ ਨੂੰ ਬੜੀਆਂ ਮੱਛੀਆਂ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਗਾਲੀਆਂ, ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ, ਉਹਨਾਂ ਨੂੰ ਅਸੀਂ ਕਾਨੂੰਨ ਦੇ ਸਕੰਜੇ 'ਚੋਂ ਭੱਜਣ ਨਹੀਂ ਦੇਵਾਂਗੇ ਤੇ ਕਾਨੂੰਨ ਆਪਣਾ ਕੰਮ ਕਰੇਗਾ। ਕਿਸੇ ਨਾਲ ਦਰੈਂਤ ਲਾਗਬਾਜੀ ਜਾਂ ਰਾਜਨੀਤੀ ਨਹੀਂ ਕੀਤੀ ਜਾਏਗੀ। ਜਿਹੜਾ ਇਹਨਾਂ ਕੰਮਾਂ 'ਚ ਹੈ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਦੇ ਲਈ ਇਹ 100 ਫੈਸਲੇ ਮੈਂ ਤੁਹਾਨੂੰ ਦਿੱਤੇ ਹੈ, ਲੇਕਿਨ ਫੈਸਲੇ ਸਾਡੇ ਇਸ ਤੋਂ ਵੀ ਜ਼ਿਆਦਾ ਹੋ ਚੁੱਕੇ ਹੈ। ਮੈਂ ਫਿਰ 4 ਤਰੀਕ ਨੂੰ ਤੁਹਾਡੇ ਨਾਲ ਮਿਲਾਂਗਾ, ਲੇਕਿਨ ਫੈਸਲਿਆਂ ਤੋਂ ਬਾਹਰ ਜਿਹੜੇ ਮੈਂ ਇਹਨਾਂ ਫੈਸਲਿਆਂ 'ਚ ਨਹੀਂ ਗਲਾਏ, ਚੰਡੀਗੜ੍ਹ ਦੇ ਵਿੱਚ ਮੇਰੇ ਪੱਤਰਕਾਰ ਭਰਾ ਰਹਿੰਦੇ ਆ, ਉਹਨਾਂ ਨੇ ਮੈਨੂੰ ਹੁਕਮ ਕਰਿਆ ਸੀ ਕਿ ਸਾਡੀਆਂ ਵੀ ਕੁਝ ਡਿਮਾਂਡਾਂ ਹੈਗੀਆਂ। ਉਹਨਾਂ ਦੀਆਂ 3 ਡਿਮਾਂਡਾਂ ਮੈਂ ਤੁਹਾਨੂੰ ਗਿਣਾ ਰਿਹਾ ਜਿਹੜੀਆਂ ਅਸੀਂ ਪਾਸ ਕਰ ਦਿੱਤੀਆਂ। ਉਹ ਮੈਂ ਤੁਹਾਨੂੰ ਬੋਲ ਕੇ ਸੁਣਾ ਰਿਹਾ, ਕਿਉਂਕਿ ਪੱਤਰਕਾਰ ਤੋਂ ਬਿਨਾ ਡੈਮੋਕ੍ਰੈਟਿਕ ਸਿਸਟਮ ਨਹੀਂ ਚੱਲ ਸਕਦਾ, ਕਾਮਯਾਬ ਨਹੀਂ ਹੋ ਸਕਦਾ। ਤੇ ਚੰਗੇ ਪੱਤਰਕਾਰ ਚੰਗੇ ਸਮਾਜ ਨੂੰ ਸਿਰਜਦੇ ਹੈ। ਚੰਗੇ ਪੱਤਰਕਾਰ ਰਾਜਨੀਤੀ ਨੂੰ ਸੇਧ ਦਿੰਦੇ ਹੈ। ਚੰਗਾ ਪੱਤਰਕਾਰੀ ਦੇ ਨਾਲ ਸਰਕਾਰਾਂ ਚੰਗੇ ਤਰੀਕੇ ਨਾਲ ਕੰਮ ਕਰਦੀਆਂ। ਇਸ ਲਈ ਵੈਟਰਨ ਪੱਤਰਕਾਰਾਂ ਲਈ ਮਾਸਿਕ ਵਿੱਤੀ ਸਹਾਇਤਾ 12,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 15,000 ਰੁਪਏ ਪ੍ਰਤੀ ਮਹੀਨਾ ਕੀਤੀ ਜਾਂਦੀ ਹੈ। ਮੁਫਤ ਬੱਸ ਸਫ਼ਰ ਸਹੂਲਤਾਂ ਵਿੱਚ ਚੰਡੀਗੜ੍ਹ ਸਥਿਤ ਪੱਤਰਕਾਰਾਂ ਨੂੰ 3200 ਰੁਪਏ ਤੋਂ ਵਧਾ ਕੇ 4,000 ਰੁਪਏ ਅਤੇ ਫੀਲਡ ਸਥਿਤ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਮੁਫਤ ਬੱਸ ਸਫ਼ਰ ਸਹੂਲਤ 2400 ਰੁਪਏ ਤੋਂ ਵਧਾ ਕੇ 3000 ਰੁਪਏ ਕੀਤੀ ਜਾਂਦੀ ਹੈ। ਹੈਲਥ ਇੰਸ਼ੋਰੈਂਸ ਤਹਿਤ ਆਉਂਦੇ ਮਾਨਤਾ ਪ੍ਰਾਪਤ ਅਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਦੇ 5 ਲੱਖ ਰੁਪਏ ਤੋਂ ਵੱਧ ਦੇ ਇਲਾਜ ਉੱਤੇ ਆਉਣ ਵਾਲੇ ਖਰਚੇ ਨੂੰ ਸਰਕਾਰ ਵੱਲੋਂ ਸਹਿਣ ਕੀਤਾ ਜਾਏਗਾ। ਇਹ 3 ਡਿਮਾਂਡਾਂ ਪੱਤਰਕਾਰ ਯੂਨੀਅਨ ਨੇ ਦਿੱਤੀਆਂ ਸੀ, ਲੇਕਿਨ 2 ਡਿਮਾਂਡਾਂ ਹੋਰ ਹੈ ਜਿਹੜੀਆਂ ਕਿ ਅੰਡਰ ਪ੍ਰੋਸੈਸ ਹੈ। ਸੋ ਇਹ ਸਾਡਾ 100 ਦਿਨ ਦਾ ਰਿਪੋਰਟ ਕਾਰਡ ਹੈ। ਅਸੀਂ ਜਿੰਨੀਆਂ 100 ਦਿਨਾਂ ਦੇ ਵਿੱਚ ਕੈਬਨਿਟ ਮੀਟਿੰਗਾਂ ਕਰੀਆਂ, ਉਨੀਆਂ 5 ਸਾਲ 'ਚ ਨਹੀਂ ਹੋਈਆਂ। ਅਸੀਂ ਪਹਿਲਾਂ ਜਿਹੜਾ ਮੁੱਖ ਮੰਤਰੀ ਸੀ ਉਹਦੇ ਬਾਰੇ ਪੁੱਛਦੇ ਸੀ ਵੀ ਯਾਰ ਇਹ ਜਾਗਦਾ ਕਾਹਦਾ ਹੈ, ਮੈਨੂੰ ਪੁੱਛਦੇ ਸੌਂਦਾ ਕਾਹਦਾ ਹੈ। ਅਸੀਂ ਦਿਨ ਰਾਤ ਮਿਹਨਤ ਕਰਕੇ, ਹੁਣ ਸਾਡਾ ਅੱਜ ਵੀ ਦਫ਼ਤਰ ਲੱਗਿਆ ਹੋਇਆ ਹੈ, ਕੱਲ੍ਹ ਨੂੰ ਵੀ ਲੱਗਣਾ ਹੈ ਤੇ ਪਹਿਲੀ ਵਾਰ ਹੈ ਕਿ ਛੁੱਟੀ ਵਾਲੇ ਦਿਨ ਵੀ ਖਜ਼ਾਨਾ ਖੁੱਲ੍ਹਾ ਹੈ ਸਾਡਾ। ਅੱਜ ਸਾਡਾ ਖਜ਼ਾਨਾ ਖੁੱਲ੍ਹਾ ਹੈ। ਇਸ ਕਰਕੇ ਜਿਹੜੇ ਕਹਿੰਦੇ ਸੀ ਜੀ ਖਜ਼ਾਨਾ ਖਾਲੀ ਹੈ, ਅਸੀਂ ਅੱਜ ਹੁਣ ਛੁੱਟੀਆਂ ਵਾਲੇ ਦਿਨ ਵੀ ਖੋਲ੍ਹ ਕੇ ਰੱਖਦੇ। ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਸਾਡਾ ਇੱਕ ਤਕੜਾ ਉਪਰਾਲਾ ਹੈ। ਆਉਣ ਵਾਲੇ ਸਮੇਂ 'ਚ ਸਾਡਾ ਕਿਆ ਸੋਚ ਹੋਏਗੀ ਇਹ ਵੀ ਅਸੀਂ ਇਲੈਕਸ਼ਨ ਤੋਂ ਪਹਿਲਾਂ ਦੱਸਾਂਗੇ। ਫਿਲਹਾਲ ਅਸੀਂ ਸਰਕਾਰ ਦੇ ਤਾਣੇ ਨੂੰ ਸਿੱਧਾ ਕਰਨ ਲੱਗੇ ਹੋਏ, ਜਿਹੜਾ ਇਹਨਾਂ ਨੇ ਉਲਝਾਇਆ ਹੋਇਆ ਸੀ। ਹੁਣ ਅਸੀਂ ਸਿੱਧੀ ਗੱਡੀ ਤੋਰ ਲਈ। 842 ਨਵੀਆਂ ਬੱਸਾਂ ਪਾਈਆਂ। ਮੈਂ ਉਸ ਦਿਨ ਕਿਹਾ ਸੀ ਯਾਰ ਇਹ ਕਹਿੰਦੇ ਜੀ ਇਹ ਮੱਝਾਂ ਵੀ ਚੋ ਲੈਂਦਾ, ਇਹ ਕਹਿੰਦੇ ਜੀ ਇਹ ਰਿਕਸ਼ਾ ਵੀ ਚਲਾ ਲੈਂਦਾ। ਮੈਂ ਕਿਹਾ ਮੈਂ ਅੱਜ ਦਿਖਾ ਦੇਵਾਂਗੇ ਮੈਂ ਬੱਸ ਵੀ ਚਲਾ ਲੈਂਦਾ। ਉਸ ਦਿਨ ਬੱਸ ਚਲਾ ਕੇ ਦਿਖਾਈ ਹੈ। ਤੇ 842 ਬੱਸਾਂ ਅਸੀਂ ਇਹਨਾਂ 100 ਦਿਨਾਂ ਵਿੱਚ ਹੀ ਪਾਸ ਕੀਤੀਆਂ। ਇਹਨਾਂ ਦੇ ਵਿੱਚ ਹੀ ਖਰੀਦੀਆਂ, ਇਹਨਾਂ ਵਿੱਚ ਹੀ ਚੈਸੀਆਂ ਖਰੀਦ ਕੇ ਬੱਸਾਂ ਬਣਾਈਆਂ ਤੇ ਇਹਨਾਂ ਦਿਨ ਵਿੱਚ ਹੀ ਅਸੀਂ ਚਲਾ ਦਿੱਤੀਆਂ। ਤੇ ਇਹਨਾਂ ਦਿਨਾਂ ਵਿੱਚ ਜਿਹੜੇ ਨਜਾਇਜ਼ ਬੱਸਾਂ ਚੱਲਦੀਆਂ ਸੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ। ਇਸ ਕਰਕੇ ਅਸੀਂ ਪਾਰਦਰਸ਼ੀ ਸਰਕਾਰ ਦੇਣੀ ਹੈ, ਕਰਪਸ਼ਨ ਰਹਿਤ ਸਰਕਾਰ ਦੇਣੀ ਹੈ। ਬਹੁਤ ਸਾਰੇ ਬੰਦਿਆਂ ਨੂੰ ਅਸੀਂ ਫੜ ਕੇ ਅੰਦਰ ਕੀਤਾ ਜਿਹੜੇ ਕਰਪਸ਼ਨ ਕਰਦੇ ਹੈ, ਨਸ਼ੇ ਵੇਚਣ ਵਾਲਿਆਂ ਦੇ ਪਿੱਛੇ ਪਏ ਹੈ। ਤੇ ਨਾਲ ਨਾਲ ਅਸੀਂ ਇੱਕ ਅੱਛਾ ਪ੍ਰਸ਼ਾਸਨ ਦੇਣਾ ਹੈ ਤੇ ਲੋਕਾਂ ਨੂੰ ਲਾਈਵਲੀਹੁੱਡ ਲਈ, ਸਹੀ ਜੀਵਨ ਦੇਣ ਲਈ ਉਹਨਾਂ ਨੂੰ ਸਸਤੀ ਹਰ ਚੀਜ਼ ਮੁਹੱਈਆ ਕਰਾਉਣੀ ਹੈ, ਤਾਂ ਕਿ ਕਿਉਂਕਿ ਜਿਹੜਾ ਸਰਕਾਰ ਦਾ ਪੈਸਾ ਉਹ ਲੋਕਾਂ ਦੇ ਘਰ ਜਾਣਾ ਚਾਹੀਦਾ, ਕਿਸੇ ਇੱਕ ਦੇ ਘਰ ਨਹੀਂ ਜਾਣਾ ਚਾਹੀਦਾ। ਇਸ ਕਰਕੇ ਉਹ ਸਰਕਾਰ ਦੇ ਪੈਸੇ ਨੂੰ ਅਸੀਂ ਦਾ ਖਜ਼ਾਨਾ ਲੋਕਾਂ ਵੱਲ ਨੂੰ ਖੋਲ੍ਹਿਆ ਤੇ ਹੁਣ ਲੋਕਾਂ ਦੇ ਘਰ ਸਰਕਾਰ ਦਾ ਖਜ਼ਾਨਾ ਜਾਣ ਲੱਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਨਵੇਂ ਸਾਲ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ।
देखो मैं फिर कह रहा कि रेता 5.5 रुपए दरिया ते बिकदा है, खड्ड ते बिकदा है। कोई बंदा वीडियो पा देवे, मैं उन्होंने 25,000 रुपया सरकार वालों नाम दे रहा, अपने वालों नहीं, तो वाकई 5.5 रुपए बिक रहा। दूसरा केबल का अजे असी मसला छेड़िया नहीं, सिद्धू साहब ने कानून ये बनाया सी, लेकिन वो अप टू मार्क नहीं बनया। वो भी 2 साल मंत्री रहे, नहीं बनया। लेकिन एक केंद्र का होने करके मैं कहा सी 100 रुपया बिचों मैनू आके मिले कि जी 150 करो। ऐसी ये बारे विचार कर रहे केबल का कोई सही कानून, क्योंकि केंद्र के अधिकार खेतर रेट है, साढ़े अधिकार खेतर है नहीं। ये बारे असी बना रहे हैं। बाकी तुसी रेते की गल की, तुसी बेअदबी की गल की, बेअदबी का केस है जिहड़ा वो असी बहुत अगे बढ़ा लिया है। मैं देखो कपूरथले दे विच गल होई, 48 घंटे दे विच असी हल करके बंदा फड़ के अंदर देता है। जिहड़ी हरमंदर साहब च गल हुई है उहदे च SGPC इन्वॉल्व है। SGPC ने कहा कि ऐसी कमेटी बनानी है, ऐसी धार्मिक भावनावां किसी तरह भी अपना साडा अपना भी अकीदा है हरमंदर साहब दे विच। SGPC उत्थे इलैक्टेड बॉडी है, उन्होंने कहा कि जी असी अपनी आप जांच करानी है, पहले उन्हों की जांच चल रही है। जिमें वो सानू अगे कहेंगे असी अगे बढ़ावांगे गल, लेकिन साडी भी जिम्मेवारी है जी असी उससे भजांगे नहीं। वो भी असी अपने वालों भी उहदे विच केंद्र सरकार दे नाल मिल के कर रहे हैं। लेकिन SGPC तो असी किसी तरह भी हरमंदर साहब के मसले दे विच बाहर नहीं जाना चाहते। ये सिखां दी जमात है, सिखां दा मेन धार्मिक स्थान है। इस करके सरकार नूं बहुत सोच समझ के और अपनी अकीदा सिक्खी दे विच रख के इस दे फैसले लेने पैंदे। मेरी आवाज़ ही बहुत वधिया है। चन्नी साहब वो जी इस गल की है, जो 100 साल च वधिया काम किया, वधिया फैसले किए, 100 दिन चलो चलो 100 साल चलेंगे, तो ये 100 दिनों के विच तुम जियो हजारों साल। हाँ जी, हाँ जी, थैंक यू जी। गल यह कि भी हर वार थोड़े काम नूं लैके, क्योंकि थोड़ा तुसीं नाल नाल नोटिफिकेशन दिखा रहे हो की हो रहा है, लेकिन दूजे पासे इलैक्शन मोड सिर ते खड़ी है, क्योंकि किसी टाइम भी जिहड़ा कोड ऑफ कंडक्ट लग सकता है। इस दौरान पार्टी प्रधान का, क्योंकि अक्सर ठीक है तुसीं कई गल्लां जवाब दिंदे नहीं हो, नज़रअंदाज करते हो। तुसीं पुलिस वाले महकमे चो और पुलिस वाले नूं जिवें उन्होंने गल की, तुसीं गल कहता कि चलो मैनूं हर मुलाजम जो चंगा लगता जां जो भी है, तुसीं काफ़ी उन्होंने उसनूं कॉन्ट्रोवर्सी नूं काफ़ी कवर अप किया। लेकिन उहदे बावजूद क्योंकि दिल्ली भी गए हो, रहे भी उत्थे गलबात भी की इन्हां दा बार बार एक कॉन्ट्रोवर्सी क्रिएट करना, जां मेरे साथी ने कहा भी नहीं हो रहे फैसले, तो दिखा रहे आखिरकार मसला मतलब है की है। और आपां इहदे च 2 टुक जवाब दे दिए भी ये पार्टी प्रधान की कर रहा, चीफ मिनिस्टर की कर रहा है, बार बार ये गल उठती है। ਇਹਦਾ जवाब देखो मैं अपनी पार्टी का वफादार सिपाही है। पार्टी ने जिहड़ी मेरी ड्यूटी लगाई है मैं उन्होंने निभा रहा, नेक नीति नाल निभा रहा, ईमानदारी नाल निभा रहा, तनदेही नाल निभा रहा। बाकी मैं तो सिद्धू साहब नूं कहा भी जिथे चलूँगी नाल तेरे, टिकटां 2 ले ली। मैं तो उन्हां दे नाल मिल के काम करने नूं तैयार है तो कर भी रहा। बाकी ये है कि पार्टी जिहड़ी हुंदी है वो सरकार दी बाड़ हुंदी है, तो पार्टी ने अपनी सरकार नूं उपर चुकना हुंदा है। तो मैं अपने वालों हर कुर्बानी पार्टी लई हमेशा करन नूं तैयार रहिंदा है, तो तैयार हाँ। मैनूं जिवें पार्टी कहेगी मैं उस तरह चलना है। लेकिन अज जिहड़ी ये है ये सरकार दे कम्मां ते असीं गल कर रहे हैं। होर तुसीं इहदे बारे कोई गल पुछनी तां पुछ सकदे। चन्नी साहब इधरले पासे। चन्नी साहब मेरा सवाल अपने कुलीग दे नाल अगों ही है कि तुसीं बड़े नैक्सस तोड़े, बड़ियां नूं कील लिया,
ਨਵਜੋਤ ਸਿੱਧੂ 100 ਦਿਨ ਚ ਕੀਲਿਆ ਨਹੀਂ ਗਿਆ, ਯੋਗਤਾ ਹੈ ਨਹੀਂ, ਜੁਗਾੜ ਹੈ ਨਹੀਂ, ਕੀ ਕਾਰਨ ਹੈ? ਕਾਹਨੂੰ ਰਹਿਣ ਦੋ, ਹੋਰ ਕੋਈ ਗੱਲ ਕਰ ਲਓ। ਚੰਨੀ ਸਾਹਿਬ, ਚੰਨੀ ਸਾਹਿਬ ਤੁਸੀਂ ਕਿਹਾ ਵੀ ਚੱਲੂਗੀ ਨਾਲ ਤੇਰੇ, ਟਿਕਟਾਂ 2 ਲੈ ਲਈ। ਇੱਕ ਟਿਕਟ ਤਾਂ ਤੁਹਾਡੇ ਕੋਲ ਹੈਗੀ ਆ, ਦੂਸਰੀ ਲੈਣ ਵਾਸਤੇ ਤਿਆਰ ਨਹੀਂ ਹੈ। ਲਗਾਤਾਰ ਹੀ ਸਵਾਲ ਵੀ ਤੁਹਾਡੇ ਉੱਤੇ ਖੜੇ ਕੀਤੇ ਜਾ ਰਹੇ ਨੇ ਕਿ ਲੋਲੀਪੌਪ ਵੰਡੇ ਜਾ ਰਹੇ ਨੇ ਜਾਂ ਕੁਝ ਵੀ ਹੈਗਾ। ਇਹ ਵੀ ਕਿਹਾ ਜਾ ਰਿਹਾ ਕਿ ਬਿਨਾਂ ਲਾੜੇ ਤੋਂ ਜਿਹੜੀ ਬਰਾਤ ਹੈਗੀ ਆ ਉਹ ਜਾ ਨਹੀਂ ਸਕਦੀ ਹੈਗੀ ਵਿਧਾਨ ਸਭਾ ਦੇ ਵਿੱਚ। ਕੀ ਲੱਗ ਰਿਹਾ ਹੈਗਾ ਕਿ ਜਿਹੜਾ ਸੀਐਮ ਦਾ ਫੇਸ ਹੈਗਾ, ਸੀਐਮ ਦਾ ਫੇਸ ਹਾਈ ਕਮਾਂਡ ਨੇ ਕਿਹਾ ਕਿ ਕੋਈ ਵੀ ਨਹੀਂ ਹੋਊਗਾ, ਹਾਈ ਕਮਾਂਡ ਹੀ ਫੇਸ ਹੋਊਗਾ। ਤੁਹਾਡਾ ਨਾਂ ਅੱਗੇ ਵਧਾਇਆ ਜਾ ਰਿਹਾ ਤੇ ਸਿੱਧੂ ਸਾਹਿਬ ਕਹਿੰਦੇ ਨੇ ਕਿ ਮੈਂ ਮੁੱਖ ਮੰਤਰੀ ਬਣਨਾ ਹੈਗਾ। ਤੇ ਇਹਦੇ ਨਾਲ ਹੀ ਮੇਰਾ ਦੂਸਰਾ ਸਵਾਲ ਇਹ ਹੈਗਾ ਕਿ ਕੱਲ ਜਿਸ ਤਰ੍ਹਾਂ ਕਿ ਪੰਥਕ ਇਕੱਠ ਕੀਤਾ ਜਾ ਰਿਹਾ ਹੈਗਾ ਸ਼੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਹਾਲ ਦੇ ਵਿੱਚ, ਬੇਅਦਬੀ ਦੇ ਮਸਲੇ ਨੂੰ ਲੈ ਕੇ ਉਹਨੂੰ ਸਰਕਾਰ ਕਿਸ ਤਰ੍ਹਾਂ ਦੇਖ ਰਹੀ ਹੈ? ਦੇਖੋ, ਬੇਅਦਬੀ ਦੇ ਮਸਲਾ ਜਿਹੜਾ ਹੈ, ਗਿੱਲ ਇਹਦੇ ਨਾਲ ਕੋਰਟ ਵੀ ਨਾਲ ਚੱਲਦੀ ਹੈ। ਕੋਰਟ ਵੱਲੋਂ ਬੜੀਆਂ ਰਿਸਟ੍ਰਿਕਸ਼ਨਾਂ, ਔਰ ਤੁਹਾਨੂੰ ਪਤਾ ਕਿ ਪਿਛਲੀ ਸਰਕਾਰ ਨੇ ਇਹਨੂੰ ਬੁਰੀ ਤਰ੍ਹਾਂ ਉਲਝਾਇਆ ਹੋਇਆ। ਸਾਨੂੰ ਉਧਰ ਵੀ ਪੂਰੀ ਲੜਾਈ ਦੇਣੀ ਪੈ ਰਹੀ ਹੈ। ਹੁਣ ਵੀ ਇੱਕ ਬੰਦੇ ਨੇ 164 ਦੇ ਬਿਆਨ ਦਿੱਤੇ ਬਾਬੇ ਦੇ ਖਿਲਾਫ, ਉਹਦੇ ਵਿੱਚ ਅਸੀਂ ਬਾਬੇ ਦੇ ਵਾਰੰਟ ਲਏ, ਬਾਬੇ ਦੇ ਬੰਦੇ ਜਾ ਕੇ ਸਟੇ ਲਿਆਏ। ਕੋਰਟ ਨੇ ਸਾਨੂੰ ਕਹਿਤਾ ਤੁਸੀਂ ਇਹਨੂੰ ਔਰ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਨਹੀਂ ਕਰ ਸਕਦੇ, ਜੇਲ੍ਹ ਜਾ ਕੇ ਪੁੱਛ ਲਓ। ਅਸੀਂ ਜਾ ਕੇ ਉੱਥੇ ਪੁੱਛਿਆ, ਜਿਹੜੀ ਸਿੱਟ ਹੈ ਉਹਨੇ ਜੋ ਮੈਨੂੰ ਦੱਸਿਆ ਗਿਆ ਸਿੱਟ ਵੱਲੋਂ, ਉੱਥੇ ਜਾ ਕੇ ਪੁੱਛਿਆ, ਉਹਨੇ ਸੈਟੀਸਫੈਕਟਰੀ ਜਵਾਬ ਨਹੀਂ ਦਿੱਤੇ। ਇਹ ਗੱਲਾਂ ਮੈਨੂੰ ਜੋ ਪਤਾ ਲੱਗੀਆਂ ਮੈਂ ਤੁਹਾਨੂੰ ਉਹ ਦੱਸ ਰਿਹਾ। ਉੱਥੋਂ ਟੀਮ ਨੂੰ ਪੁੱਛਣ ਗਏ, 3 ਵਾਰ ਟੀਮ ਨਹੀਂ ਮਿਲੀ, ਅਲਟੀਮੇਟਲੀ ਇੱਕ ਬਜ਼ੁਰਗ ਆਦਮੀ ਮਿਲਿਆ। ਹੁਣ ਫੇਰ ਬਾਬੇ ਤੋਂ ਅਸੀਂ ਕੋਰਟ ਵਿੱਚ ਕਿਹਾ ਕਿ ਸਾਨੂੰ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਦਿਓ, ਇਹ ਸਾਨੂੰ ਸਹੀ ਜਵਾਬ ਨਹੀਂ ਦੇ ਰਹੇ। ਅਸਲ ਦੇ ਵਿੱਚ ਇੱਕ ਹੋਰ ਵੀਡੀਓ ਘੁੰਮ ਰਹੀ ਹੈ, ਇੱਕ ਲੇਡੀ ਕਹਿ ਰਹੀ ਹੈ ਕਿ ਜੀ ਸੁਖਬੀਰ ਬਾਦਲ ਤੇ ਉਹ 3 ਬੰਦੇ ਜਿਹੜੇ ਭਗੌੜੇ ਇਹ ਆਪਸ ਦੇ ਵਿੱਚ ਇਕੱਠੇ। ਇਹ ਗੱਲਾਂ ਸਾਰੀਆਂ ਸਾਹਮਣੇ ਆਉਣੀਆਂ। ਸੁਖਬੀਰ ਬਾਦਲ ਦਾ, ਅਕਾਲੀ ਦਲ ਦਾ ਇਹਦੇ 'ਚ ਕਿਆ ਰੋਲ ਹੈ, ਬਾਬੇ ਦਾ ਕਿਆ ਰੋਲ ਹੈ, ਇਹ ਸਾਰਾ ਸਾਹਮਣੇ ਦਿਖ ਰਿਹਾ। ਲੇਕਿਨ ਇਹਨੂੰ ਸਾਹਮਣੇ ਲਿਆਉਣ ਵਾਸਤੇ ਅਜੇ ਕੋਰਟ ਦੀਆਂ ਅੜਚਣਾਂ ਹੈ, ਉਹਨਾਂ ਨੂੰ ਪਾਸੇ ਕਰਕੇ ਅਸੀਂ ਅੱਗੇ ਵਧ ਰਹੇ। ਸਿੱਟ ਅੱਗੇ ਵਧ ਰਹੀ ਹੈ ਇੰਡੀਪੈਂਡੈਂਟਲੀ, ਜੋ ਮੈਨੂੰ ਉਹਨਾਂ ਨੇ ਦੱਸਿਆ ਉਸ ਤਰੀਕੇ ਨਾਲ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੈ। ਮੁੱਖ ਮੰਤਰੀ ਸਾਹਿਬ ਇੱਧਰ ਤਰਲੋ ਮੁੱਖ ਮੰਤਰੀ ਸਾਹਿਬ, ਚੋਣ ਜਾਬਤਾ ਕਿਸੇ ਵੇਲੇ ਵੀ ਲੱਗਣ ਦੇ ਅਸਾਰ ਹੈ। ਚੰਨੀ ਸਾਹਿਬ ਕੋਲ ਕਿਹੜਾ ਇਦਾਂ ਦਾ ਕੋਈ ਟਾਰਗੇਟ ਹੈ ਵੀ ਜਾਂ ਵੱਡਾ ਸੁਪਨਾ ਜਿਹੜਾ ਚੋਣ ਜਾਬਤੇ ਤੋਂ ਪਹਿਲਾਂ ਤੁਸੀਂ ਲਾਗੂ ਕਰਾਉਣ ਲਈ ਯਤਨਸ਼ੀਲ ਹੋ? ਮੈਂ ਸਭ ਤੋਂ ਜ਼ਿਆਦਾ ਯਤਨਸ਼ੀਲ ਨੌਜਵਾਨਾਂ ਦੀ ਨੌਕਰੀ ਦਾ ਮਸਲਾ ਹੱਲ ਕਰਨਾ, ਉਹਨਾਂ ਦੀ ਪੜ੍ਹਾਈ ਦਾ ਤੇ ਉਹਨਾਂ ਨੂੰ ਅੱਗੇ ਵਧਣ ਦੀ ਸੋਚ ਜਿਹੜੀ ਆ ਉਹਦੇ ਪਿੱਛੇ ਕੰਮ ਕਰ ਰਹੇ ਹਾਂ। ਉਹਦੇ ਬਾਰੇ 'ਚ ਮੈਂ ਤੁਹਾਨੂੰ 4 ਤਰੀਕ ਨੂੰ ਦੁਬਾਰੇ ਪ੍ਰੈਸ ਕਾਨਫਰੰਸ ਕਰਾਂਗਾ ਤੇ ਅਸੀਂ ਪੱਕਾ ਕੋਈ ਕਾਨੂੰਨ ਔਰ ਗਰੰਟੀ ਲੈ ਕੇ ਆਵਾਂਗੇ ਜਿਹੜੇ ਕਿ ਯੂਥ ਨੂੰ ਅੱਗੇ ਵਧਣ ਵਾਸਤੇ ਔਰ ਉਹਨਾਂ ਦੀਆਂ ਨੌਕਰੀਆਂ ਵਾਸਤੇ ਫੈਸਿਲੀਟੇਟ ਕਰਾਂਗੇ। ਚੰਨੀ ਸਾਹਿਬ, ਤੁਸੀਂ ਪੱਤਰਕਾਰਾਂ ਦੇ 3 ਮਸਲੇ ਹੱਲ ਕੀਤੇ, ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਪਰ 2-3 ਮਸਲੇ ਹੋਰ ਅਹਿਮ ਨੇ। ਮੈਂ ਕਿਹਾ ਜੀ ਉਹ ਪਾਈਪਲਾਈਨ 'ਚ ਹੈ, ਮੈਂ ਨਾ ਨਹੀਂ ਕੀਤੀ। ਵੱਡੇ ਮਸਲੇ ਰਹਿ ਨਾ ਜਾਣ, ਨਹੀਂ ਰਹਿਣ ਦਿੰਦੇ। ਇਹ ਇੱਕ ਮਸਲਾ ਹੋਰ ਹੈ ਜੀ। ਇਸ ਦੇ ਨਾਲ ਅਗਲੀ ਜਿਹੜੀ 4 ਦੀ ਕਾਨਫਰੰਸ ਕਰਨੀ ਆ, ਅਸੀਂ ਚਾਹਾਂਗੇ ਕਿ ਤੁਸੀਂ ਪ੍ਰੈਸ ਕਲੱਬ ਕਰੋ, ਮਤਲਬ ਉਹਦੇ ਤੇ ਵੀ ਫੈਸਲਾ ਜਿਹੜਾ ਹੋਣਾ ਚਾਹੀਦਾ। ਇਹਦੇ ਨਾਲ ਹੀ ਇਹ ਤੁਸੀਂ ਵੱਖ-ਵੱਖ ਚਿਹਰਾ ਦਾ ਐਲਾਨ ਕੀਤਾ ਹੈ ਵੀ ਚਿਹਰਾ ਬਣਾਈਆਂ ਜਾ ਰਹੀਆਂ। ਇੱਕ ਮਤਲਬ ਬਹੁਤ ਵੱਡਾ ਪੰਜਾਬ ਦਾ ਸ਼ਹੀਦ ਹੋਇਆ, ਸ਼ਹੀਦ ਊਧਮ ਸਿੰਘ, ਉਹਦੀ ਚੇਅਰ ਦਾ ਰੌਲਾ ਪੈਂਦਾ ਰਿਹਾ ਪਿਛਲੀ ਇਸ ਤੁਹਾਡੀ ਸਰਕਾਰ 'ਚ ਵੀ ਪੈਂਦਾ ਰਿਹਾ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚੇਅਰ ਬਣਨੀ ਸੀ, ਉਹ ਚੇਅਰ ਅਜੇ ਤੱਕ ਨਹੀਂ ਬਣੀ, ਉਹਦਾ ਕੀ ਕਾਰਨ? ਇਹ ਜੇ ਨਹੀਂ ਬਣੀ ਤਾਂ ਬਣਾ ਦਾਂਗੇ, ਪਰ ਤੁਹਾਡੀ ਅੱਜ ਮੈਨੂੰ ਗੱਲ ਜੱਜ ਗਈ ਕਿਉਂਕਿ ਸ਼ਹੀਦ ਊਧਮ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ ਔਰ ਉਹਨਾਂ ਨੇ ਕਿਤਾਬ ਦੇ ਵਿੱਚ ਰਿਵਾਲਵਰ ਰੱਖ ਕੇ ਲੈ ਜਾ ਕੇ ਕਿੱਡੀ ਸੋਚ ਔਰ ਜਿਹੜਾ ਅੰਮ੍ਰਿਤਸਰ ਦਾ ਬਦਲਾ ਉਹਨਾਂ ਨੇ ਉੱਥੇ ਜਾ ਕੇ ਲਿਆ, ਇਹ ਜ਼ਰੂਰ ਬਣਨੀ ਚਾਹੀਦੀ ਹੈ ਔਰ ਅਸੀਂ ਬਣਾ ਦਾਂਗੇ। ਸੀਐਮ ਸਾਹਿਬ, ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਮੁੱਦੇ ਤੇ ਗੱਲ ਹੋਈ
ਆਖਿਰ ਕਮੀ ਕਿੱਥੇ ਹੈ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਵਿਰੋਧੀ ਧਿਰਾਂ ਨਾਲੋਂ ਜ਼ਿਆਦਾ ਸਵਾਲ ਚੁੱਕਦੇ ਆਪਦੀ ਸਰਕਾਰ ਯਾਰ ਦੀ ਕਾਰਗੁਜ਼ਾਰੀ 100 ਮਸਲਿਆਂ ਤੇ ਗੱਲ ਕਰ ਲਓ, ਜ਼ਿਆਦਾ ਕਾਰਗੁਜ਼ਾਰੀ ਤੇ ਲੋਕਾਂ ਸਵਾਲ ਦੇ ਚੁੱਕਦੇ ਆ। ਮਸਲਿਆਂ ਤੇ ਗੱਲ ਕਰ ਲਓ। ਮਜੀਠੀਆ ਦੇ ਮਸਲੇ ਤੇ ਹੀ ਆਪਾਂ ਦੇਖ ਲਈਏ, ਉਹ ਕਹਿੰਦੇ ਨੇ ਕਿ ਪਰਚਾ ਦੇ ਕੇ ਪਰਚਾ ਦੇਣਾ ਕਹਿੰਦੇ ਕੁਝ ਨਹੀਂ ਹੁੰਦਾ, ਕਿ ਇੰਸਪੈਕਟਰ ਵੀ ਕਿਸੇ ਪਰਚੇ 'ਚ ਬੰਦੇ ਨੂੰ ਅੰਦਰ ਕਰ ਦਿੰਦਾ। ਉਹ ਆਂਦੇ ਮੇਰੇ ਕੋਲੇ ਪਾਵਰ ਹੋਵੇ ਤਾਂ ਮੈਂ ਇਹ ਕਰ ਦਿਆਂ। ਆਖਿਰ ਕਮੀ ਕਿੱਥੇ ਹੈ ਕਿ 3 ਮਹੀਨਿਆਂ ਦੇ ਵਿੱਚ ਸ਼ੁਰੂ ਤੋਂ ਲੈ ਕੇ ਨਹੀਂ, ਅੱਜ ਤੱਕ ਮੇਰੀ ਦੇਖ ਗੱਲ ਲਈਏ, ਸੁਣੋ, ਆਪਸ ਦੇ ਵਿੱਚ ਦੇਖੋ coordination ਕਿਉਂ ਮੈਂ ਨਹੀਂ ਹੋ ਇੱਕ ਪਾ ਗੱਲ ਰਿਹਾ? ਕਰਨਾ ਚਾਹੁੰਦਾ ਹਾਂ ਕਿ ਕਿਸੇ ਕ੍ਰਿਮੀਨਲ ਨੂੰ ਫੜਨ ਦਾ ਤਰੀਕਾ ਕਿਆ ਹੈ। ਕਿਸੇ ਕ੍ਰਿਮੀਨਲ ਨੂੰ ਜੇ ਕਿਸੇ ਨੇ ਕੋਈ ਕ੍ਰਾਈਮ ਕਰਿਆ, ਉਹਨੂੰ ਤੁਸੀਂ ਸਭ ਤੋਂ ਪਹਿਲਾਂ ਤਾਂ ਪਰਚਾ ਹੀ ਦਿਓਗੇ ਨਾ, ਜਿਹੜੀ ਉਹਨੇ ਗਲਤ ਗੱਲ ਕਰੀ ਹੈ। ਔਰ ਅਸੀਂ ਤਾਂ ਪਰਚਾ ਵੀ ਕੋਰਟ ਦੀਆਂ ਹਦਾਇਤਾਂ ਤੇ ਕੀਤਾ ਹੈ। ਕੋਰਟ ਨੇ ਜਿਹੜੀ STF ਹੈ ਉਹਦੇ ਹੈੱਡ ਨੂੰ ਕਿਹਾ ਕਿ ਸਾਨੂੰ ਇਸ ਦੀ ਚੀਜ਼ ਦੀ ਰਿਪੋਰਟ ਦਿਓ, ਇਹਦੀ ਇਨਵੋਲਵਮੈਂਟ ਕਿਹਦੀ ਕਿੰਨੀ ਕੁ ਹੈ। ਉਹਦੇ ਵਿੱਚ ਉਹਦੀ ਇਨਵੋਲਵਮੈਂਟ ਆਈ, ਉਹਨਾਂ ਨੇ ਕੋਰਟ ਵਿੱਚ ਜਮ੍ਹਾਂ ਕਰਾਈ। ਕੋਰਟ ਨੇ ਕਿਹਾ ਤੁਸੀਂ ਇਹਦੇ ਤੇ ਕਾਰਵਾਈ ਕਰੋ। ਹਾਈ ਕੋਰਟ ਦੇ ਆਦੇਸ਼ ਹੈ, ਹਾਈ ਕੋਰਟ ਦੇ ਆਦੇਸ਼ ਪਰ ਅਸੀਂ FIR ਕੀਤੀ ਹੈ। STF ਦੀ ਪੂਰੀ ਰਿਪੋਰਟ FIR ਦੇ ਵਿੱਚ ਦਰਜ ਹੈ। ਰਿਪੋਰਟ ਤੇ ਹੀ ਦਾ ਹੀ ਪਰਚਾ ਬਣਿਆ ਤੇ ਉਹ ਪਰਚੇ ਤੇ ਕਾਰਵਾਈ ਹੋ ਰਹੀ ਹੈ। ਇਹ ਕਹਿੰਦੇ ਸੀ ਜਮੇ ਹੀ ਮਤਲਬ ਪਹਿਲਾਂ ਹੀ ਜਦ ਪਤਾ ਲੱਗ ਗਿਆ ਆਮ ਆਦਮੀ ਵਾਲਿਆਂ ਨੂੰ ਕਿ ਜੀ ਇਹ ਤਾਂ ਪਰਚਾ ਹੋਣ ਲੱਗਿਆ ਹੈ, ਉਹਨਾਂ ਨੇ ਕਹਿਤਾ ਬੋਧਾ ਪਰਚਾ ਕਰਨਗੇ। ਜੇ ਬੋਧਾ ਪਰਚਾ ਹੁੰਦਾ ਤਾਂ ਡਿਸਟ੍ਰਿਕਟ ਕੋਰਟ 'ਚ ਰੱਦ ਹੋ ਜਾਣਾ ਸੀ। ਹੋ ਜਾਣਗੇ ਸੈਟੀਸਫਾਈ। ਮੈਂ ਤੁਹਾਨੂੰ ਦੱਸਦਾ, ਇੱਕ ਸ਼ੇਰ ਹੈ ਕਿ ਆਤੇ ਆਤੇ ਆਏਗਾ ਦਿਲ ਕੋ करार, जाते जाते बेकरारी जाएगी। फिक्र ना करो, घर सारे मसले हल कर देने हैं। CM साहब मैं कहता देता, आते आते आएगा दिल को करार, जाते जाते बेकरारी जाएगी। चली जी, हम भी आपकी राहों में खड़े हैं, काइंडली अलाउ मी। ਮੇਰੀ ਗੱਲ ਸੁਣੋ, ਮੈਂ ਹਮੇਸ਼ਾ ਕ੍ਰਿਟਿਸਿਜ਼ਮ ਨੂੰ ਵੈਲਕਮ ਕਰਦਾ ਹਾਂ, ਚਾਹੇ ਉਹ ਕੋਈ ਵੀ ਕਰ ਰਿਹਾ ਹੋਵੇ। ਮੇਰਾ ਭਰਾ ਵੀ ਜੇ ਮੈਨੂੰ ਕਹੇ ਤੂੰ ਇੱਥੇ ਗਲਤ ਹੈ ਤਾਂ ਮੈਂ ਆਪਣੇ ਆਪ ਨੂੰ ਠੀਕ ਕਰ ਲੈਂਦਾ। ਹੋਰ ਦੱਸੋ ਜੀ ਕੋਈ ਗੱਲ? CM साहब ਹੋ ਗਿਆ ਸਾਰਾ। चली जी, हम भी आपकी राहों में खड़े हैं जनाब। ਨਹੀਂ, ਇਹਦਾ ਅਸਲੀ ਸ਼ੇਰ ਕਿਆ ਹੈ ਜਿਹੜਾ ਤੁਹਾਡੇ ਵਾਸਤੇ ਉਹ ਬਣਦਾ? ਤੁਸੀਂ ਮੈਨੂੰ ਇਹ ਕਹਿ ਸਕਦੇ ਹੋ कि हम भी दुआएं करते थे बहार की, हमने भी दुआएं की थी बहार की, जैसे तुसी मेरे वास्ते दुआ करते रहे। हमने भी दुआएं की थी बहार की, है बागवां हमारा भी हक है बहार पर। थोड़ा पूरा हक है जी बहार पर, हुक्म करो। सर आई हैव 2 क्वेश्चन। ਹੁਣ ਜੇ ਮੈਂ ਕਹਤਾ ਮੈਨੂੰ ਸ਼ਾਇਰੀ ਵੀ ਆਉਂਦੀ ਹੈ ਤਾਂ ਉਧਰ ਤੇ ਰੌਲਾ ਪੈ ਜਾਣਾ, ਦੇਖਿਓ ਕਿਤੇ। ਹਾਲਾਂਕਿ ਮੈਂ ਪ੍ਰੋਮਪਟਲੀ ਜੋ ਮੈਨੂੰ ਸਾਹਮਣੇ ਆ ਰਿਹਾ ਮੈਂ ਕਰ ਰਿਹਾ। ਹਾਂਜੀ, मेरा पहला क्वेश्चन जनाब ये है कि पिछले 2 फॉर्मर चीफ मिनिस्टर सरदार प्रकाश सिंह बादल, कैप्टन अमरिंदर सिंह, उन्होंने एज चीफ मिनिस्टर इन चंडीगढ़ अपनी रिहाइश ਲਈ गालिबन 2 कोठियां संभाल रखी सन जी। काइंडली टेल अस कि तुसी उन्हां चों कोई एक ਨੂੰ ਖਾਲੀ ਕਰ ਲਿਆ ਖਰਚੇ ਘਟਾਉਣ ਲਈ, ਟੌਰ ਘਟਾਉਣ ਲਈ ਆਪਣੀ ਜੋ ਕੋਈ ਵੀ ਹੈ, ਇੱਕ ਕੋਠੀ 'ਚ ਰਹਿੰਦੇ ਹੋ ਜਾਂ ਪਹਿਲੀਆਂ ਦੀ ਤਰ੍ਹਾਂ 2 ਕੋਠੀਆਂ ਦੇ ਵਿੱਚ ਹੀ ਹੋ? ਦੇਖੋ ਮੈਂ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਔਰ ਪੁਰਾਣੇ ਜਿੰਨੇ CM ਰਹੇ, ਇਹਨਾਂ ਪਾਸ OSD ਦੀ ਉਹ ਇੰਨੀ ਫੌਜ ਸੀ ਕਿ ਖਰਚੇ ਉਹਨਾਂ ਵਿੱਚ ਬਹੁਤ ਹੋ ਜਾਂਦੇ ਸੀ। ਮੇਰਾ ਕੋਈ OSD ਨਹੀਂ ਹੈ। ਫਿਰ ਉਹਨਾਂ ਦੇ ਪੋਲੀਟੀਕਲ ਸਲਾਹਕਾਰ ਬਹੁਤ ਸੀ, ਚਹਿਲ ਸਾਹਿਬ ਤੋਂ ਲੈ ਕੇ ਪਤਾ ਨਹੀਂ ਕਿੰਨੇ ਗਣਾਦਮਾ ਤੁਹਾਨੂੰ। ਉਹਨਾਂ ਦਾ ਨੂੰ ਗਨਮੈਨ, ਉਹਨਾਂ ਦੀਆਂ ਤਨਖਾਹਾਂ, ਉਹਨਾਂ ਦੇ ਦਫ਼ਤਰੀ ਅਮਲੇ, ਪਤਾ ਨਹੀਂ ਕਿਆ ਕਿਆ। ਫੌਜ OSD ਦੀ ਸੀ, ਫੌਜ ਸਲਾਹਕਾਰਾਂ ਦੀ ਸੀ। ਮੇਰਾ ਕੋਈ ਸਲਾਹਕਾਰ ਨਹੀਂ। ਇੱਕ ਮਿੰਟ ਪੂਰੀ ਗੱਲ ਸੁਣ ਲਓ। ਮੇਰਾ ਕੋਈ ਵੀ ਸਲਾਹਕਾਰ ਨਹੀਂ, ਤੁਸੀਂ ਦੇਖ ਲਓ ਕਾਗਜ਼ਾਂ ਦੇ ਵਿੱਚ, ਤੁਸੀਂ ਪੱਤਰਕਾਰ ਹੋ। ਮੇਰਾ ਕੋਈ OSD ਨਹੀਂ, ਮੇਰਾ ਕੋਈ PA ਨਹੀਂ, ਮੈਂ ਆਪੇ ਆਪਣਾ PA ਹੈ।
ਮੈਂ ਆਪੇ ਆਪਣਾ OSD ਹੈ, ਮੈਂ ਆਪੇ ਆਪਣਾ ਸਲਾਹਕਾਰ ਹੈ, ਬਾਕੀ ਤੁਹਾਡੇ ਵਰਗੇ ਭਰਾ ਸਲਾਹ ਦੇ ਦਿੰਦੇ ਹੈ। ਤੇ ਮੈਂ ਆਪਣੀ ਕੋਠੀ ਬਦਲੀ ਨਹੀਂ, ਮੈਂ ਉਸੇ ਵਿੱਚ ਰਹਿੰਦਾ ਜਿਹੜੀ 46 ਨੰਬਰ ਮੇਰੇ ਕੋਲ ਪਹਿਲਾਂ ਸੀ, ਮੈਂ ਉਹੀ ਹੈ। ਮੈਂ CM ਵਾਲੀ ਕੋਠੀ ਵਿੱਚ ਵੀ ਨਹੀਂ ਗਿਆ। ਹੋਰ ਹੁਕਮ ਕਰੋ। ਸਰ ਹਾਂਜੀ, ਹੁਣ ਉਹਨਾਂ ਨੂੰ ਪੁੱਛ ਲੈਣ ਦਿਓ। ਹਾਂਜੀ ਹਾਂਜੀ, ਦੂਸਰਾ ਇੱਕ ਮਿੰਟ। ਹਾਂਜੀ, ਦੂਸਰਾ ਪੁੱਛ ਲਓ। ਦੂਸਰਾ ਕੁਐਸਚਨ ਹੈ ਸਰ, ਪਿਛਲੇ ਕਈ ਸਾਲਾਂ ਵਿੱਚ ਪੰਜਾਬ ਦੀ ਪੋਲੀਟਿਕਸ ਵਿੱਚ, ਸਿਆਸਤ ਵਿੱਚ ਬੇਗਮ ਮਰੂਸਾ ਆਲਮ ਨਾਂ ਦੀ ਪਾਕਿਸਤਾਨੀ ਮਹਿਲਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਦੀਵਾਨਾ ਜੀ ਨੂੰ ਲਿਆਏ ਕਰੋ ਤੁਸੀਂ। ਸਰ ਮੇਰਾ ਪੁਆਇੰਟ ਇਹ ਹੈ ਕਿ ਉਹ ਹੁਣ ਚਲੇਗਾ ਨਹੀਂ ਜੀ, ਪੰਜਾਬ ਛੱਡ ਗਏ ਨੇ। ਦੇਖੋ ਦੀਵਾਨਾ ਜੀ 80 ਨੂੰ ਤੁਸੀਂ ਪਾਰ ਕਰ ਗਏ, 80 ਨੂੰ ਤੁਸੀਂ ਪਾਰ ਕਰ ਗਏ, 80 ਨੂੰ ਕੈਪਟਨ ਸਾਹਿਬ ਪਾਰ ਕਰ ਗਏ। ਮੈਂ ਤੁਹਾਡੇ ਦੋਨਾਂ ਦੀ ਗੱਲ 'ਚ ਨਹੀਂ ਬੋਲਣਾ। ਸੀਐਮ ਸਾਹਿਬ ਲੋਕਤੰਤਰ ਦਾ ਮਸਲਾ ਹੈ ਜੀ। ਸੀਐਮ ਸਾਹਿਬ ਮੇਰਾ ਸਵਾਲ ਹੈ ਜੀ, ਉਹ ਆਮ ਲੋਕਾਂ ਨਾਲ ਜੁੜਿਆ ਹੋਇਆ ਹੈ। ਜਿਹੜੇ ਕਿ ਆਮ ਆਦਮੀ ਪਾਰਟੀ ਵਾਲੇ, ਜਿਹੜਾ ਤੁਸੀਂ 3 ਰੁਪਏ ਘੱਟ ਬਿਜਲੀ ਦਾ ਜਿਹੜਾ ਯੂਨਿਟ ਘੱਟ ਕਰਿਆ ਹੈ, ਉਹਨਾਂ ਦਾ ਇਹਦੇ ਵਿੱਚ ਇੱਕ ਉਹਨਾਂ ਨੇ ਨੈਗੇਟਿਵ ਪੁਆਇੰਟ ਜਿਹੜਾ ਹੈਗਾ, ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵੀ ਦਿੱਤਾ ਹੈ ਕਿ ਜਿਹੜੇ ਲੋਕਾਂ ਨੂੰ ਬਿੱਲ ਦਿੱਤੇ ਜਾ ਰਹੇ ਹੈ ਉਹ 2 ਮਹੀਨੇ ਦਿੱਤੇ ਜਾ ਰਹੇ, ਤੇ ਜਿਹੜੇ ਇੰਡਸਟਰੀਲਿਸਟ ਹੈ ਉਹਨਾਂ ਨੂੰ 1 ਮਹੀਨੇ ਦਾ। ਤਾਂ ਜਿਹੜੇ ਕੰਜ਼ਿਊਮਰ ਹੈ, ਜਿੰਨੇ ਉਹ ਯੂਨਿਟ ਮਤਲਬ ਵਰਤੀ ਜਾਂਦੇ ਹੈ ਤੇ ਉਨੇ ਪੈਸੇ ਵਧੀ ਜਾਂਦੇ ਹੈ। ਅਗਰ ਉਹ 1 ਮਹੀਨੇ ਦਾ ਬਿੱਲ ਤੁਸੀਂ ਕਰੋ ਤਾਂ ਜਿਹੜਾ ਹੈਗਾ ਲੋਕਾਂ ਨੂੰ ਉਹਦਾ ਵਿੱਤੀ ਫਾਇਦਾ ਹੋਏਗਾ। ਇੱਦਾਂ ਹੈ ਕਿ ਇਹ ਮੈਂ ਰੀਤ ਨਹੀਂ ਸ਼ੁਰੂ ਕੀਤੀ, ਇਹ ਪਿਛਲੇ 10-15 ਸਾਲਾਂ ਤੋਂ 2 ਮਹੀਨੇ ਦਾ ਹੀ ਬਿੱਲ ਆ ਰਿਹਾ। ਉਹਦੇ ਨਾਲ ਕਿਹਾ ਹੈ ਕਿ 2 ਜਣਿਆਂ ਨੂੰ 2 ਵਾਰ ਨਹੀਂ ਜਾਣਾ ਪੈਂਦਾ, ਖਰਚਾ ਸਰਕਾਰ ਦਾ ਘਟਦਾ ਹੈ। ਇਸ ਕਰਕੇ ਐਸੀ ਕੋਈ ਨਵੀਂ ਰੀਤ ਨੂੰ ਸ਼ੁਰੂ ਕਰੀ। ਜਿਸ ਤਰ੍ਹਾਂ ਦੇ 2 ਮਹੀਨੇ ਦੇ ਪਹਿਲਾਂ ਦੇ ਬਿੱਲ ਆ ਰਹੇ ਉਸ ਤਰ੍ਹਾਂ ਹੀ ਆ ਰਹੇ, ਲੇਕਿਨ ਹੁਣ ਜਿਹੜੇ ਬਿੱਲ ਆ ਰਹੇ ਉਹ 3 ਰੁਪਏ ਘੱਟ ਪ੍ਰਤੀ ਯੂਨਿਟ ਘੱਟ ਹੋ ਕੇ ਆ ਰਹੇ, ਤੇ ਲੋਕਾਂ ਨੂੰ ਇਹਦੀ ਬੜੀ ਭਾਰੀ ਰਾਹਤ ਮਿਲੀ ਹੈ। ਜਿਹੜੇ ਆਮ ਆਦਮੀ ਵਾਲਿਆਂ ਨੇ ਫਾਰਮ ਭਰੇ ਸੀ ਗਰੰਟੀ ਕਾਰਡ, ਉਹ ਘਰੇ ਪਏ ਐਕਸਪਾਇਰ ਹੋ ਗਏ, ਇਸ ਕਰਕੇ ਵੀ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਵੀ ਕੰਮ ਕਰ ਸੀਐਮ ਸਾਹਿਬ ਸੀਐਮ ਸਾਹਿਬ ਇਹ ਕੋਈ ਅੱਜ ਦਾ ਨਹੀਂ ਲਿਆ ਜਾ ਰਿਹਾ। ਕੋਈ ਗੱਲ ਨਹੀਂ, ਮਰੰਡੇ ਮੈਂ ਵੀ ਮਰੰਡੇ ਦਾ ਹੀ ਹਾਂ, ਤੁਸੀਂ ਵੀ ਮਰੰਡੇ ਦਾ ਹੀ ਹੈ, ਆਪਾਂ ਇਕੱਠੇ ਹੀ ਰਹਿੰਦੇ ਹਾਂ ਉੱਥੇ। ਇਸ ਕਰਕੇ ਇਹ ਕੋਈ ਨਵੀਂ ਨਹੀਂ ਲੱਗਿਆ ਹੈ, ਇਹ ਬਲਕਿ 10% ਸੀ, ਇਹ ਘਟਿਆ ਹੈ। ਸੋ ਮੇਰਾ ਖਿਆਲ ਹੈ ਹੁਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੀਐਮ ਸਾਹਿਬ और मेरी गल सुनो, मेरी गल सुनो। सीएम साहब मेरा भी इसके साथ ही है कि द वे इन्वेस्टिगेशन हैज ऑलरेडी बीन कैरिड आउट इन बम ब्लास्ट इन लुधियाना, all the links are from Pakistan. What we are doing, what strategy we are adopting for the upcoming elections? देखो कहते सरहद पे चुनाव तनाव है क्या, जरा पता तो करो चुनाव है क्या। ये राहत उंदारी का शहर है। ਜਦੋਂ ਚੋਣਾਂ ਆਉਂਦੀਆਂ ਤਾਂ ਇਸ ਤਰ੍ਹਾਂ ਦੇ ਕੁਝ ਲੋਕ ਸਰਗਰਮ ਹੁੰਦੇ ਯਾਰ, ਇਦਾਂ ਦੀਆਂ ਸਰਗਰਮੀਆਂ ਕਰਦੇ। ਪਿਛਲੀ ਚੋਣਾਂ ਦੇ ਵਿੱਚ ਵੀ ਇੱਕ ਪਟਾਕਾ ਚੱਲਿਆ ਸੀ, ਲੇਕਿਨ ਇਹ ਜਿਹੜਾ ਲੁਧਿਆਣੇ ਦੇ ਵਿੱਚ ਬਲਾਸਟ ਹੋਇਆ, ਇਹਦਾ ਅਸੀਂ ਬੰਦਾ ਸ਼ਨਾਖਤ ਕਰ ਲਈ ਹੈ ਜਿਹੜਾ ਉੱਥੇ ਮਰਿਆ, ਜਿਹਨੇ ਬਲਾਸਟ ਕੀਤਾ। ਉਹ ਖੰਨੇ ਦੇ ਕੋਲ ਦਾ ਇੱਕ ਪੁਲਿਸ ਕਰਮਚਾਰੀ, ਜਿਹੜੇ ਨੂੰ ਪੁਲਿਸ ਨੇ ਚਿੱਟੇ ਡਰੱਗ ਦੇ ਕੇਸ ਦੇ ਵਿੱਚ ਕੱਢਿਆ ਹੋਇਆ ਹੈ, ਉਹ ਬੰਦੇ ਨੇ ਇਹ ਕੰਮ ਕੀਤਾ ਹੈ ਤੇ ਉਹਦੀ ਸ਼ਨਾਖਤ ਹੋ ਗਈ ਹੈ। ਇਸ ਦੇ ਕੇਸ ਦੇ ਡਰੱਗ ਦੇ ਜਿਹੜੇ ਬੜੇ ਸਰਗਣਾ ਹੈ ਉਹਨਾਂ ਵੱਲੋਂ ਵੀ ਇਹ ਇਸ਼ਾਰਾ ਕਰਦਾ ਹੈ। ਇਸ ਕਰਕੇ ਇਹਦੇ ਪੰਜਾਬ ਵਿੱਚ ਵੀ ਜਿਹੜਾ ਹੈ, ਹੋ ਸਕਦੀਆਂ ਬਾਹਰ ਵੀ ਹੋਣ। ਬਾਹਰ ਤੇ ਜਿਹੜੇ ਇੱਧਰ ਭਾਈ ਸਾਹਿਬ ਕਹਿ ਰਹੇ, ਇਹ ਕੋਈ ਪਹਿਲੀ ਵਾਰ ਨਹੀਂ ਆ, ਉਹ ਅੱਗੇ ਵੀ ਇਸ ਤਰ੍ਹਾਂ ਹੀ ਬੋਲਦਾ ਰਹਿੰਦਾ ਹੈ। ਇਹਦਾ ਸਾਡੇ ਤੇ ਕੋਈ ਬਹੁਤਾ ਅਸਰ ਨਹੀਂ ਹੈ, ਲੇਕਿਨ ਪੰਜਾਬ ਸਰਕਾਰ ਲਾਅ ਐਂਡ ਆਰਡਰ ਤੇ ਪੂਰਾ ਕੰਟਰੋਲ ਹੈ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਡਰ ਦੀ ਭਾਵਨਾ ਨਹੀਂ ਹੋਣੀ ਚਾਹੀਦੀ, ਨਾ ਹੀ ਹੈ ਤੇ ਨਾ ਹੀ ਅਸੀਂ ਰਹਿਣ ਦੇਵਾਂਗੇ।
ਹਰ ਤਰੀਕੇ ਨਾਲ ਪੰਜਾਬ ਸਰਕਾਰ ਸક્ષਮ ਹੈ ਹਰ ਤਰ੍ਹਾਂ ਦੇ ਖਤਰੇ ਦੇ ਨਾਲ ਜੂਝਣ ਵਾਸਤੇ। ਤੇ ਅਸੀਂ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਆਪਸੀ ਭਾਈਚਾਰਾ ਸਾਡਾ ਹਮੇਸ਼ਾ ਤੇ ਬਣਿਆ ਹੋਇਆ, ਇਸੇ ਤਰ੍ਹਾਂ ਬਣਿਆ ਰਹਿਣਾ ਰਹੇ ਤੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਅਜਿਹੇ ਬੰਦੇ ਦੇਸ਼ ਨੂੰ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਡਿਸਟਰਬ ਕਰਨ ਦੀ, ਲੇਕਿਨ ਦੇਸ਼ ਸਾਡਾ ਏਕਤਾ ਅਖੰਡਤਾ ਦੇ ਨਾਲ ਮਜ਼ਬੂਤ ਹੈ ਤੇ ਅਸੀਂ ਮਜ਼ਬੂਤੀ ਦੇ ਨਾਲ ਹੀ ਰਹਾਂਗੇ ਤੇ ਇਸੇ ਤਰ੍ਹਾਂ ਅੱਗੇ ਵਧਦੇ ਰਹਾਂਗੇ। ਬਹੁਤ ਧੰਨਵਾਦ। ਨਹੀਂ ਮੈਨੂੰ ਨਹੀਂ ਪਤਾ ਵੀ ਮੈਨੂੰ ਕੋਈ ਕਾਲ ਆਈ ਹੈ, ਤੁਹਾਨੂੰ ਪਤਾ ਹੋਏਗਾ। ਦੇਖੋ ਪਹਿਲੀ ਗੱਲ ਤਾਂ ਇੱਕ ਗੱਲ ਸੁਣ ਲਓ, ਜੇ ਤੁਸੀਂ ਕਹਿ ਰਹੇ ਆ ਕਿ ਮੈਨੂੰ ਖਤਰਾ ਹੈ ਤਾਂ ਮੈਂ ਤੁਹਾਨੂੰ ਦੱਸ ਦੇਣਾ ਕਿ ਮੈਨੂੰ ਕੋਈ ਖਤਰਾ ਨਹੀਂ ਹੈ, ਨਾ ਮੈਨੂੰ ਕਿਸੇ ਦੀ ਪਰਵਾਹ ਹੈ ਗਲਤ ਆਨਸਰ ਦੀ। ਜਿਹੜੇ ਚੰਗੇ ਆਨਸਰ ਹੈ ਉਹਨਾਂ ਦੀ ਮੈਂ ਹਮੇਸ਼ਾ ਪਰਵਾਹ ਕਰਦਾ। ਬਹੁਤ ਆਪਾਂ ਹੁਣ ਬਾਕੀ ਮਿਲ ਕੇ ਕਰ ਲੈਂਦੇ ਗੱਲਾਂ। ਬਹੁਤ ਧੰਨਵਾਦ।